पंजाबी दे दानश्वर दर्शकों ते सुचेत ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਕੁਝ ਚਲੰਤ ਮਸਲਿਆਂ ਦੇ ਉੱਤੇ ਗੱਲ ਕਰਾਂਗੇ ਔਰ ਉਸ ਦੇ ਨਾਲ ਹੀ ਇੱਕ ਵਿਸ਼ੇਸ਼ ਮੁੱਦੇ ਦੇ ਉੱਤੇ ਜਿਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਹ ਉਸ ਦੇ ਬਾਰੇ ਵਿਚਾਰ ਸਾਂਝੇ ਕਰਾਂਗੇ। ਉਹ ਮਸਲਾ ਤੁਹਾਨੂੰ ਕੱਲ ਜ਼ਿਕਰ ਕੀਤਾ ਸੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਦੇ ਨਾਲ ਜੋ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਚੋਣਾਂ ਮੁਕੰਮਲ ਹੋ ਜਾਣ ਦੇ ਬਾਵਜੂਦ ਉਹਨਾਂ ਚੋਣਾਂ ਦੇ ਮੁਤਾਬਕ ਨਵੇਂ ਹਾਊਸ ਦੀ ਕਨਸਟੀਟਿਊਸ਼ਨ ਨਹੀਂ ਕੀਤੀ ਗਈ। ਇਸ ਦਾ ਮਤਲਬ ਅਮਲੀ ਤੌਰ ਦੇ ਉੱਤੇ, ਪ੍ਰੈਕਟੀਕਲ ਤੌਰ ਦੇ ਉੱਤੇ ਇੱਕ ਜਿਹੜੀ ਬੜੀ ਵੱਡੀ ਪੰਥਕ ਸੰਸਥਾ ਹੈ ਜਾਂ ਪੰਥਕ ਜਥੇਬੰਦੀ ਹੈ ਉਹ ਪੂਰੇ ਤੌਰ ਦੇ ਉੱਤੇ ਕੰਮ ਨਹੀਂ ਕਰ ਪਾ ਰਹੀ। ਦੂਸਰੀ ਵੱਡੀ ਜਥੇਬੰਦੀ ਸੀ ਸ਼੍ਰੋਮਣੀ ਅਕਾਲੀ ਦਲ। ਮੁੱਦਾ ਇਹ ਸੀ ਕਿ ਪੰਥ ਦੀਆਂ ਪੰਥਕ ਜਥੇਬੰਦੀ ਹੋਣੀ ਚਾਹੀਦੀ ਹੈ ਕਿ ਨਹੀਂ। ਇਸ ਵੇਲੇ ਇਹ ਦੋ ਮੁੱਖ ਜਥੇਬੰਦੀਆਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕੱਲ ਕੁਲਵੰਤ ਸਿੰਘ ਜੀ ਜਿਹੜੇ ਸਕੱਤਰ ਰਹਿ ਚੁੱਕੇ ਹਨ ਉਹਨਾਂ ਨੇ ਇੱਕ ਸਾਰੀ ਜਾਣਕਾਰੀ ਦਿੱਤੀ। ਅੱਜ ਅਸੀਂ ਇੱਕ ਹੋਰ ਦੂਜਾ ਅਹਿਮ ਵਿੰਗ ਹੈ ਸ਼੍ਰੋਮਣੀ ਅਕਾਲੀ ਦਲ। ਅਕਾਲੀ ਦਲ ਕੋਈ ਆਮ ਪੋਲੀਟੀਕਲ ਪਾਰਟੀ ਨਹੀਂ ਹੈ। ਇਸ ਦੀ ਕਾਇਮੀ, ਇਸ ਨੂੰ ਕਾਇਮ ਕਰਨ ਵਿੱਚ ਕੌਮ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ, ਜਿਸ ਦੇ ਬਾਰੇ ਆਮ ਕਿਹਾ ਜਾਂਦਾ ਹੈ ਕਿ ਸ਼ਹੀਦਾਂ ਦੀ ਜਥੇਬੰਦੀ। ਵਾਕਈ ਹੀ ਇਸ ਨੇ ਇਸ ਸੰਸਥਾ ਦੀ ਕਾਇਮੀ ਦੇ ਵਿੱਚ ਬੇਅੰਤ ਸ਼ਹਾਦਤਾਂ ਹੋਈਆਂ, ਜਿਹੜਾ ਸਾਡੀ ਰੋਜ਼ਾਨਾ ਦੀ ਅਰਦਾਸ ਦਾ ਹਿੱਸਾ ਹੈ। ਪਰ ਬਦਲੇ ਹੋਏ ਹਾਲਾਤ ਨੇ, ਬਦਲੇ ਹੋਏ ਜ਼ਮਾਨੇ ਨੇ, ਇਤਿਹਾਸ ਦੇ ਥਪੇੜਿਆਂ ਨੇ ਇਸ ਦੀ ਜੋ ਮੌਜੂਦਾ ਹਾਲਤ ਕਰ ਦਿੱਤੀ ਔਰ ਇਸ ਦੇ ਬਾਅਦ ਹੁਣ ਕੇਵਲ ਹਾਲਾਤ ਤੱਕ ਹੀ ਨਹੀਂ ਬਲਕਿ ਇਸ ਦੀ ਹੋਂਦ ਦੇ ਉੱਤੇ ਵੀ ਇੱਕ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਹੀ ਕੈਂਸਲ ਕਰ ਦਿੱਤੀ ਜਾਏ। ਐਜ਼ ਏ ਪੋਲੀਟੀਕਲ ਪਾਰਟੀ ਇਸ ਦੀ ਹੋਂਦ ਹੀ ਖਤਮ ਹੋ ਜਾਏ। ਜਿਹੜਾ ਪਿਛਲੇ ਤਕਰੀਬਨ 90 ਸਾਲ ਤੋਂ ਇਹ ਇਤਿਹਾਸ ਦੇ ਨਾਲ ਨਾਲ ਆਪਣਾ ਰੋਲ ਅਦਾ ਕਰਦੀ ਆ ਰਹੀ ਸੀ, ਡਿੱਗਦੇ ਟੈਂਦੇ ਕਈ ਵਾਰ ਆਪਣੇ ਮੰਜ਼ਿਲ ਤੋਂ ਉਖੜਦੀ ਹੋਈ, ਪਰ ਇੱਕ ਜਥੇਬੰਦੀ ਜਿਸ ਦੇ ਵਿੱਚ ਸੁਧਾਰ ਦੀ ਜ਼ਰੂਰਤ ਵੀ ਹੈ ਔਰ ਸੁਧਾਰ ਦੀ ਆਸ ਵੀ ਸੀ, ਪਰ ਜੇ ਉਹ ਜਥੇਬੰਦੀ ਹੀ ਖਤਮ ਹੋ ਗਈ ਤਾਂ ਸੁਧਾਰ ਕਿਹਦੇ ਵਿੱਚ ਹੋਏਗਾ। ਔਰ ਫਿਰ ਉਸ ਦੇ ਬਾਅਦ ਉਹ ਮੰਜ਼ਰ, ਉਹ ਨਜ਼ਾਰਾ, ਉਹ ਸੀਨ ਸੋਚ ਕੇ ਹੀ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਇਹਦਾ ਮਤਲਬ ਜਿੱਥੇ ਜਿੱਥੇ ਜੋ ਬੈਠਾ ਹੈ ਉਹ ਆਪਣੇ ਆਪ ਵਿੱਚ ਹੀ ਆਪਣੇ ਆਪ ਨੂੰ ਪੰਥ ਸਮਝੇਗਾ, ਆਪਣੇ ਆਪ ਜੋ ਸਮਝੇਗਾ ਕਿ ਮੈਂ ਖੁਦ ਹੀ ਪੰਥ ਹਾਂ। ਕੀ ਇਸੇ ਨੂੰ ਪੰਥ ਕਿਹਾ ਸੀ? ਕਿ ਐਸੀ ਪੰਥਕ ਜਥੇਬੰਦੀ ਪ੍ਰਵਾਨ ਹੈ? ਪਰ ਇਹ ਖਤਰਾ ਕਿਉਂ ਆਇਆ, ਕਿਉਂ ਲਾਹਕ ਹੋਇਆ, ਇਸ ਦੇ ਬਾਰੇ ਬਹੁਤ ਹੀ ਗੰਭੀਰ ਸਵਾਲ ਹੈ ਔਰ ਸਾਡੀ ਤੁਹਾਨੂੰ ਬੇਨਤੀ ਹੈ ਕਿ ਇਸ ਨੂੰ ਆਮ ਪ੍ਰੋਗਰਾਮ ਨਾ ਸਮਝਿਆ ਜਾਏ। ਸ਼੍ਰੋਮਣੀ ਅਕਾਲੀ ਦਲ, ਜਿਹਦਾ ਨਾਮ ਹੀ ਸ਼੍ਰੋਮਣੀ ਲਫ਼ਜ਼ ਤੋਂ ਰੱਖਿਆ, ਜਿਹਦੇ ਵਿੱਚ ਸਾਡੇ ਬਜ਼ੁਰਗਾਂ ਦੀਆਂ ਮਹਾਨ ਕੁਰਬਾਨੀਆਂ ਦੇ ਨਾਲ ਸਾਰਾ ਉਹ ਲਹੂ ਭਿੱਜਿਆ ਇਤਿਹਾਸ ਸਿਰਜਿਆ ਗਿਆ। 18ਵੀਂ ਸਦੀ ਦੇ ਵਿੱਚ ਜਿਨ੍ਹਾਂ ਸਿੰਘਾਂ ਨੇ ਇਤਿਹਾਸ ਸਿਰਜਿਆ,
ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ, ਉਬਲਦੀਆਂ ਦੇਗਾਂ 'ਚ ਬਿਠਾਏ, ਬੰਦ ਕੱਟੇ ਗਏ। ਪਰ 20ਵੀਂ ਸਦੀ ਦੇ ਵਿੱਚ ਵੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਘੱਟ ਕੁਰਬਾਨੀਆਂ ਨਹੀਂ ਹੋਈਆਂ। ਔਰ ਜਿਸ ਨੇ 2 ਸੰਸਥਾਵਾਂ ਦਿੱਤੀਆਂ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਔਰ ਅੱਜ ਦੇ ਤਾਰੀਖ ਦੇ ਵਿੱਚ ਇਹਨਾਂ ਦੋਨਾਂ ਦੀ ਹੋਂਦ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਔਰ ਇਸ ਤੋਂ ਗੰਭੀਰ ਗੱਲ ਇਹ ਹੈ ਕਿ ਅਸੀਂ ਬਿਲਕੁਲ ਅਚੇਤ ਹਾਂ, ਅਵੇਸਲੇ ਹਾਂ। ਸਾਨੂੰ ਖਤਰੇ ਦੇ ਹੋਣ ਦੇ ਬਾਵਜੂਦ ਖਤਰੇ ਦਾ ਅਹਿਸਾਸ ਵੀ ਨਹੀਂ ਹੋ ਰਿਹਾ। ਅਗਰ ਕੋਈ ਸਾਡੀ ਕੇਂਦਰੀ ਜਥੇਬੰਦੀ ਨਹੀਂ ਰਹਿੰਦੀ, ਫਿਰ ਪੰਥ ਖੇਰੂ ਹੋ ਜਾਏਗਾ। ਜਿਹੜੀਆਂ ਪੰਥ ਵਿਰੋਧੀ ਤਾਕਤਾਂ ਹਨ, ਕਦਾਚਿਤ ਇਹ ਨਹੀਂ ਕਿਹਾ ਜਾ ਰਿਹਾ ਕਿ ਇਸ ਦਾ ਸਾਰਾ ਕੁਝ ਢਾਂਚਾ ਠੀਕ ਹੈ, ਪ੍ਰਬੰਧ ਠੀਕ ਹੈ, ਬਿਲਕੁਲ ਇਹ ਕਹਿਣ ਦਾ ਨਹੀਂ। ਪਰ ਜੇਕਰ ਕੋਈ ਪ੍ਰਬੰਧ ਦੇ ਵਿੱਚ ਜਿਹੜੀਆਂ ਵੀ ਹੋ ਸਕਦੀਆਂ ਨਹੀਂ, ਬਲਕਿ ਜਿਹੜੀਆਂ ਊਣਤਾਈਆਂ ਹਨ, ਉਹਨਾਂ ਨੂੰ ਦੂਰ ਕਰਨ ਦੀ, ਉਹਨਾਂ ਪ੍ਰਤੀ ਸੁਚੇਤ ਹੋਣ ਦੀ, ਉਹਨਾਂ ਨੂੰ ਦਰੁਸਤ ਕਰਨ ਦੀ, ਹੰਭਲਾ ਮਾਰਨ ਦੀ ਲੋੜ ਹੈ, ਨਾ ਕਿ ਉਸ ਢਾਂਚੇ ਨੂੰ ਹੀ ਸਮਾਪਤ ਕਰ ਦਿੱਤਾ ਜਾਏ। ਇਹ ਕੇਂਦਰੀ ਮੁੱਦਾ ਹੈ ਜਿਸ ਦੇ ਬਾਰੇ ਅਸੀਂ ਗੱਲ ਕਰਾਂਗੇ। ਔਰ ਉਸ ਸ਼ਖਸ ਨਾਲ ਉਹਨਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਵਿੱਚ ਲੈ ਕੇ ਆਵਾਂਗੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਕੈਂਸਲ ਕਰਨ ਦੀ ਦਰਖਾਸਤ ਜਿਨ੍ਹਾਂ ਨੇ ਹਾਈ ਕੋਰਟ ਵਿੱਚ ਫਾਈਲ ਕੀਤੀ ਹੈ, ਕਿਉਂ ਕੀਤੀ ਹੈ ਔਰ ਉਹਨਾਂ ਦਾ ਮਕਸਦ ਕੀ ਹੈ, ਅਸੀਂ ਉਹਨਾਂ ਦੀ ਜ਼ਬਾਨੀ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਥੋੜ੍ਹੇ ਜਿਹੇ ਸਮੇਂ ਦੇ ਬਾਅਦ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਕੁਝ ਕੁ ਸੁਰਖੀਆਂ ਦੀ ਸਾਂਝ ਜ਼ਰੂਰ ਕਰਨੀ ਚਾਹਾਂਗੇ। ਸਭ ਤੋਂ ਪਹਿਲਾਂ ਸੁਰਖੀ ਤਾਂ ਨਹੀਂ, ਕਿਉਂਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਿਹੜੇ ਵਿਚਾਰ ਹਨ ਉਹਨਾਂ ਵਿਚਾਰਾਂ ਨੂੰ ਸਾਂਝੀਆਂ ਕਰਨਾ ਹੀ ਇਸ ਪ੍ਰੋਗਰਾਮ ਦਾ ਮਕਸਦ ਹੈ। ਕੱਲ੍ਹ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਆਵਾਜ਼ ਆਈ ਸੀ ਕਿ ਕੌਰ ਤੇ ਸਿੰਘ ਦੇ ਬਾਰੇ ਜ਼ਰੂਰ ਦੱਸਿਆ ਜਾਏ। ਦਰਅਸਲ ਕੌਰ ਕੁੰਵਰ ਲਫ਼ਜ਼ ਤੋਂ ਹੈ, ਇੱਕ ਐਸੀ ਉਪਾਧੀ ਹੈ, ਪਰ ਜਦੋਂ ਗੁਰਮਤ ਨੇ ਇਸ ਨੂੰ ਅਪਣਾ ਲਿਆ ਤਾਂ ਉਸ ਵੇਲੇ ਉਸ ਸਿੰਘਣੀ ਦੀ ਉਪਾਧੀ ਹੈ ਜਿਸ ਨੇ ਖੰਡੇ ਦਾ ਅੰਮ੍ਰਿਤ ਛਕਿਆ। ਪਰ ਹਰ ਇੱਕ ਦਾ ਨਿਸ਼ਾਨਾ, ਹਰ ਇੱਕ ਦੀ ਮੰਜ਼ਲ ਇਸ ਖੰਡੇ ਦੀ ਪਾਹੁਲ ਲੈਣਾ ਹੈ। ਇਸ ਲਈ ਗੁਰੂ ਸਾਹਿਬ ਦੇ ਹੁਕਮਨਾਮਿਆਂ ਦੇ ਮੁਤਾਬਕ, ਰਹਿਤਨਾਮਿਆਂ ਦੇ ਮੁਤਾਬਕ ਔਰ ਰਹਿਤ ਮਰਿਆਦਾ ਦੇ ਮੁਤਾਬਕ ਹਰ ਸਿੱਖ ਦਾ ਨਾਮ ਉਸ ਦੇ ਅੱਗੇ ਸਿੰਘ ਲਫ਼ਜ਼ ਕੁਦਰਤੀ ਸ਼ੇਰ ਹੈ। ਸਿੰਘ ਰੁਚੇ ਸਦ ਭੋਜਨ ਮਾਸ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ। ਸਿੰਘ ਹਰ ਮਰਦ, ਹਰ ਬੱਚੇ ਦੇ ਨਾਲ, ਲੜਕੇ ਦੇ ਨਾਮ ਦੇ ਨਾਲ ਸਿੰਘ ਅਤੇ ਲੜਕੀ ਦੇ ਨਾਮ ਦੇ ਨਾਲ ਕੌਰ ਲਗਾਉਣ ਦਾ ਆਦੇਸ਼ ਹੈ। ਇਹ ਆਦੇਸ਼ ਗੁਰੂ ਦਾ ਹੈ। ਇਹ ਆਦੇਸ਼ ਹੀ ਨਹੀਂ, ਇਹ ਬਖਸ਼ਿਸ਼ ਵੀ ਹੈ। ਔਰ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਇਹ 2 ਲਕਬ, ਇਹ 2 ਉਪਾਧੀਆਂ ਜਿਹੜੀਆਂ ਦਿੱਤੀਆਂ ਗਈਆਂ ਹਨ, ਸ਼ੇਰ ਦੀ ਉਪਾਧੀ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਹੈ, ਇਸ ਨੂੰ ਜ਼ਰੂਰ ਅਪਣਾਈਏ ਔਰ ਬੱਚੀਆਂ ਦੇ ਨਾਮ ਦੇ ਨਾਲ ਕੌਰ ਜ਼ਰੂਰ ਲਗਾਈਏ। ਪਰ ਇੱਕ ਨਾਲ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਬਚਨ ਵੀ ਕੀਤੇ ਹਨ, ਸਿੰਘ ਸਰਨ ਕਤ ਜਾਈਏ ਜੋ ਜੰਬੁਕ ਗਰਾਸੇ। ਜੰਬੁਕ ਗਿੱਦੜ ਨੂੰ ਕਿਹਾ ਜਾਂਦਾ ਹੈ। ਫਿਰ ਜੇ ਨਾਮ ਸਿੰਘ ਰੱਖਣਾ, ਫਿਰ ਸਿੰਘ ਦੀ ਸ਼ਰਨ ਵਿੱਚ ਜਾਣ ਦੀ ਕੀ ਲੋੜ ਹੈ, ਕੀ ਫਾਇਦਾ ਹੈ ਜੇ ਡਰ ਗਿੱਦੜ ਤੋਂ ਹੀ ਲੱਗਣਾ ਹੈ। ਇਸ ਦੇ ਨਾਲ ਹੀ ਇਸ ਚੀਜ਼ ਨੂੰ ਦ੍ਰਿੜ ਕਰਨ ਲਈ ਇੱਕ ਲਫ਼ਜ਼ ਹੋਰ ਵਰਤਿਆ ਗਿਆ। ਸਿੰਘ ਸ਼ਬਦਾਵਲੀ ਦੇ ਵਿੱਚ ਉਹ ਲਫ਼ਜ਼ ਹੈ ਭੁਚੰਗੀ।
ਪੁਚੰਗੀ ਲਫ਼ਜ਼ ਪੁਚੰਗ ਤੋਂ ਹੈ। ਪੁਚੰਗ ਸੱਪ ਨੂੰ ਕਿਹਾ ਜਾਂਦਾ ਹੈ। ਯਾਦ ਹੋਏਗਾ ਜਦੋਂ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਸਰਹੰਦ ਦੇ ਨਵਾਬ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਨਵਾਬ ਮਲੇਰਕੋਟਲੇ ਨੇ ਹਾਂ ਦਾ ਨਾਰਾ ਮਾਰਿਆ ਸੀ ਕਿ ਇਹ ਸ਼ੀਰਖੋਰ ਬੱਚੇ ਹਨ, ਇਹ ਮਾਸੂਮ ਹਨ, ਇਹਨਾਂ ਦੇ ਉੱਤੇ ਕੋਈ ਅਤਿਆਚਾਰ ਨਹੀਂ ਕਰਨਾ ਚਾਹੀਦਾ। ਉਸ ਵੇਲੇ ਦੀਵਾਨ ਸੁੱਚਾ ਆਨੰਦ ਨੇ ਕਿਹਾ ਸੀ ਨਹੀਂ, ਇਹ ਸੱਪ ਦੇ ਬੱਚੇ ਹਨ। ਜਦੋਂ ਇਹ ਲਫ਼ਜ਼ ਵਰਤਿਆ ਤਾਂ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ, ਜਿਹੜੀ ਚਿੱਠੀ ਲਿਖੀ, ਜਿਹੜੀ ਜਿੱਤ ਦੀ ਚਿੱਠੀ ਸੀ, ਹਜ਼ੂਰ ਨੇ 2 ਚਿੱਠੀਆਂ ਲਿਖੀਆਂ ਹਨ। ਇੱਕ ਅਕਾਲ ਪੁਰਖ ਨੂੰ ਮੁਖਾਤਬ ਕਰਕੇ, ਉਹ ਹੈ ਬੇਨਤੀ ਚੌਪਈ ਅਰਜ਼ਨਾਮਾ, ਔਰ ਜਿਹੜੀ ਉਹਨਾਂ ਨੇ ਵਕਤ ਦੇ ਹਾਕਮ ਨੂੰ ਲਿਖੀ ਉਹ ਹੈ ਜਿੱਤ ਦੀ ਚਿੱਠੀ ਜ਼ਫਰਨਾਮਾ। ਉਸ ਦੇ ਵਿੱਚ ਹਜ਼ੂਰ ਨੇ ਕਿਹਾ ਕਿ ਕੀ ਹੋਇਆ ਕਿ ਜੇ ਤੂੰ ਧੋਖੇ ਦੇ ਨਾਲ ਮੇਰੇ 4 ਬੱਚੇ 4 ਸਾਹਿਬਜ਼ਾਦੇ ਸ਼ਹੀਦ ਕਰਾ ਦਿੱਤੇ, ਅਜੇ ਤਾਂ ਉਹ ਕੁੰਡਲੀਦਾਰ ਸੱਪ ਬਾਕੀ ਹੈ। ਹਜ਼ੂਰ ਨੇ ਆਪਣੇ ਆਪ ਨੂੰ ਕੁੰਡਲੀਦਾਰ ਸੱਪ ਕਿਹਾ ਔਰ ਸਾਹਿਬਜ਼ਾਦਿਆਂ ਨੂੰ ਜਿਹੜੀ ਗੱਲ ਉਹਨਾਂ ਨੇ ਕਹੀ ਸੀ, ਇਹ ਸੱਪ ਦੇ ਬੱਚੇ ਹਨ, ਪੁਚੰਗੀ ਹਨ, ਪੁਚੰਗੀ ਜਿਹੜਾ ਲਫ਼ਜ਼ ਕਿਹਾ ਹਜ਼ੂਰ ਨੇ ਉਹ ਅਪਣਾ ਲਿਆ ਔਰ ਇਹ ਚਿੱਠੀ ਦੇ ਵਿੱਚ ਲਿਖਿਆ, ਜਿਹਾ ਸ਼ੁੱਧ ਕੇ ਚੂ ਬੱਚਗਾ ਕੁਸ਼ਤਾਚਾਰ ਕੇ ਬਾਕੀ ਬਮਾ ਦਸਤ ਪੇਚੀਦਾ ਮਾਰ, ਕਿ ਅਜੇ ਤਾਂ ਉਹ ਪੇਚੀਦਾ ਮਾਰ ਸੱਪ ਨੂੰ ਕਿਹਾ ਜਾਂਦਾ ਹੈ, ਅਜੇ ਤਾਂ ਉਹ ਕੁੰਡਲੀਦਾਰ ਸੱਪ ਬਾਕੀ ਹੈ। ਇਸ ਦਿਨ ਤੋਂ ਬਾਅਦ ਹਰ ਸਿੱਖ ਬੱਚੇ ਨੂੰ, ਹਰ ਸਿੱਖ ਬੱਚੀ ਨੂੰ ਜਦੋਂ ਵੀ ਉਸ ਦਾ ਜਨਮ ਹੁੰਦਾ ਹੈ, ਉਸ ਨੂੰ ਮੱਥਾ ਟਿਕਾਉਣ ਲਈ ਲਿਆਇਆ ਜਾਂਦਾ ਹੈ ਤਾਂ ਇਹੀ ਬੇਨਤੀ ਕੀਤੀ ਜਾਂਦੀ ਹੈ, ਪੁਚੰਗੀ ਦਾ ਨਾਮਕਰਨ ਕੀਤਾ ਜਾਏ। ਇਹ ਸੱਪ ਦੇ ਬੱਚੇ ਹਨ, ਇਹ ਸੱਪ ਦਾ ਬੱਚਾ ਪੈਦਾ ਹੋਇਆ। ਜਿਹੜੀ ਚੀਜ਼ ਇੱਕ ਤੰਜ਼ੀਆ ਲਹਿਜ਼ੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਇਹ ਦਿੱਤੀ ਗਈ, ਗੁਰੂ ਸਾਹਿਬ ਨੇ ਹਰ ਸਿੱਖ ਨੂੰ ਇਹ ਲਕਬ ਦੇ ਦਿੱਤਾ। ਸਿੰਘ, ਕੌਰ ਤੇ ਪੁਚੰਗੀ ਇਹ ਗੁਰੂ ਦੀ ਬਖਸ਼ਿਸ਼ ਹੈ, ਜਿਸ ਦੇ ਬਾਰੇ ਕਿਹਾ ਗਿਆ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੀ ਬਾਣੀ ਨੂੰ ਪੜ੍ਹਨ ਤੋਂ ਬਾਅਦ ਜੀਵਨ ਦੀ ਮੁਕਤੀ ਹੋ ਗਈ, ਦੋਨੋਂ ਜਹਾਨਾਂ ਤੋਂ ਮੁਕਤ ਹੋ ਗਿਆ। ਤੇਰੀ ਬਾਣੀ ਦੇ ਨਾਲ ਸਾਧੂ ਜਿਹੜੇ ਹਨ ਉਹ ਸ਼ੇਰ ਬਣ ਗਏ, ਸ਼ੇਰ ਜਿਹੜੇ ਹਨ ਉਹ ਸਾਧੂ ਬਣ ਗਏ, ਯਾਨੀ ਕਿ ਸੰਤ ਸਿਪਾਹੀ ਹੋ ਗਏ। ਸੰਤ ਤੇਰੀ ਬਾਣੀ ਦੇ ਨਾਲ ਸਿਪਾਹੀ ਹੋ ਗਏ, ਤੇਰੀ ਬਾਣੀ ਦੇ ਨਾਲ ਸਿਪਾਹੀ ਜਿਹੜੇ ਹਨ ਉਹ ਸਾਧੂ ਬਣ ਗਏ। ਜਿਹੜੇ ਤੇਰੇ ਸਿੰਘ ਹਨ ਉਹ ਸੰਗਿਆ ਕਰਕੇ ਬਾਈ ਨਾਉਨ ਉਹ ਸਿੰਘ ਹੋ ਗਏ, ਉਹ ਸੰਸਾਰ ਦੇ ਵਿੱਚ ਵੀ ਸਿੰਘ ਹੋ ਗਏ ਅਤੇ ਮੈਦਾਨੇ ਜੰਗ ਸਮਰ ਦੇ ਵਿੱਚ ਵੀ ਸਿੰਘ ਹੋ ਗਏ। ਪੜ੍ਹ ਕੇ ਤਿਹਾਰੀ ਬਾਣੀ ਸ੍ਰੀਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਅਗ ਮੇ, ਸਾਧ ਮੇਨ ਸ਼ੇਰ ਮਨ, ਸ਼ੇਰ ਮੇਨ ਸਾਧ ਮਨ, ਦਊ ਪਨ ਦੇਖੀਅਤ ਆਪ ਹੀ ਕੇ ਮਗ ਮੇ, ਸਿੱਖ ਜੇ ਤਿਹਾਰੇ ਸਭ ਸੰਗਿਆ ਮੈਂ ਸਿੰਘ ਭਇਓ, ਸਮਰ ਮੈਂ ਸਿੰਘ ਭਇਓ, ਸਿੰਘ ਭਇਓ ਜਗ ਮੇ। ਇਹ ਜਿਹੜੇ ਤੇਰੇ ਸਿੱਖ ਹਨ ਇਹ ਸੰਗਿਆ ਕਰਕੇ ਵੀ ਸਿੰਘ ਹੋ ਗਏ, ਮੈਦਾਨੇ ਜੰਗ ਵਿੱਚ ਵੀ ਸਿੰਘ ਹੋ ਗਏ ਔਰ ਸੰਸਾਰ ਦੇ ਵਿੱਚ ਵੀ ਇਹ ਸਿੰਘ ਹਨ। ਇਹ ਲਕਬ ਸਿੰਘ ਤੇ ਕੌਰ ਤੇ ਪੁਚੰਗੀ ਇਹ ਗੁਰੂ ਦੀ ਬਖਸ਼ਿਸ਼ ਹੈ। ਸਾਨੂੰ ਇਸ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਔਰ ਇਸ ਤੋਂ ਮੁਨਕਰ ਜਾਂ ਕੋਤਾਹੀ ਨਹੀਂ ਵਰਤਣੀ ਚਾਹੀਦੀ। ਇਹ ਜਿਹੜੀ ਤੁਹਾਡੀ ਇੱਕ ਸਵਾਲ ਸੀ ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ। ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਵਿਸ਼ੇਸ਼ ਮਹਿਮਾਨ ਨਾਲ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦੇ ਉੱਤੇ ਇੱਕ ਬੜਾ ਵੱਡਾ ਖਤਰਾ ਮੰਡਰਾ ਰਿਹਾ ਉਹਦੇ ਬਾਰੇ ਉਹਨਾਂ ਤੋਂ ਜਾਣਕਾਰੀ ਲਵਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ।
ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਜਿਹੜਾ ਮੁਕੱਦਮਾ ਸਰਦਾਰ ਬਲਵੰਤ ਸਿੰਘ ਖੇੜਾ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਕੀਤਾ ਹੈ, PIL ਫਾਈਲ ਕੀਤੀ ਹੈ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਜਾਏ, ਕਿਉਂਕਿ ਇਹਨਾਂ ਨੇ ਧੋਖੇ ਦੇ ਨਾਲ ਕਾਗਜ਼ੀ ਕਾਰਵਾਈ ਦੇ ਵਿੱਚ ਧੋਖਾ ਕੀਤਾ। ਦਰਅਸਲ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਦੀ, ਕਿਸੇ ਇੱਕ ਪਰਿਵਾਰ ਦੀ, ਕਿਸੇ ਗਰੁੱਪ ਦੀ, ਕਿਸੇ ਧੜੇ ਦੀ ਇਹ ਅਮਾਨਤ ਨਹੀਂ, ਇਹ ਪੂਰੇ ਪੰਥ ਦੀ ਇੱਕ ਅਮਾਨਤ ਹੈ। ਔਰ ਜੇਕਰ ਇਹਨਾਂ ਨੂੰ ਇਸ ਨੂੰ ਅਗਰ 4 ਲਾਈਨਾਂ ਦੇ ਵਿੱਚ ਅਗਰ ਬਿਆਨ ਕਰਨਾ ਹੋਏ ਤਾਂ ਉਹ ਜਿਹੜੀਆਂ ਅਥਾਹ ਕੁਰਬਾਨੀਆਂ ਹੋਈਆਂ, ਜਿਹੜੀਆਂ ਗੁਰਦੁਆਰਾ ਸੁਧਾਰ ਲਹਿਰ ਵੇਲੇ ਜਦੋਂ ਉਹ ਸਿੰਘ ਜਾਂਦੇ ਸੀ, ਉਹ ਕੀ ਪੜ੍ਹਦੇ ਜਾਂਦੇ ਸੀ, ਉਹ ਅਗਰ ਸੁਣ ਲਈਏ ਸ਼ਾਇਦ ਉਹ ਭਾਵਨਾ ਪ੍ਰਗਟ ਹੋ ਜਾਏਗੀ। ਉਹ ਜਥਿਆਂ ਦੇ ਵਿੱਚ ਜਾਣ ਲੱਗਿਆਂ, ਤੁਰਨ ਲੱਗਿਆਂ ਕਹਿੰਦੇ ਸੀ, ਸੁਣੋ ਖਾਲਸਾ ਜੀ ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਬੁਲਾ ਚੱਲੇ, ਪਾਓ ਬੀ ਤੇ ਸਾਂਭ ਕੇ ਫਸਲ ਵੱਢੋ, ਅਸੀਂ ਡੋਲ ਕੇ ਰਤ ਪਿਆ ਚੱਲੇ, ਚੌਬਦਾਰ ਦੇ ਵਾਂਗ ਆਵਾਜ਼ ਦੇ ਕੇ ਧੌਂਸੇ ਕੂਚ ਦੇ ਅਸੀਂ ਵਜਾ ਚੱਲੇ, ਤੁਸੀਂ ਆਪਣੀ ਅਕਲ ਦਾ ਕੰਮ ਕਰਨਾ, ਅਸੀਂ ਆਪਣੀ ਤੋੜ ਨਿਭਾ ਚੱਲੇ, ਬੇੜਾ ਜ਼ੁਲਮ ਦਾ ਅੰਤ ਨੂੰ ਗਰਕ ਹੋਸੀ, ਹੰਝੂ ਖੂਨ ਦੇ ਅਸੀਂ ਵਹਾ ਚੱਲੇ, ਪੰਥ ਗੁਰੂ ਦਾ ਆਪ ਦਸ਼ਮੇਸ਼ ਰਾਖਾ, ਕੰਡੇ ਹੂੰਜ ਕੇ ਕਰ ਸਫਾ ਚੱਲੇ, ਅੰਗ ਸਾਕ ਕਬੀਲੜਾ ਬਾਲ ਬੱਚਾ, ਬਾਹ ਤੁਸਾਂ ਦੇ ਹੱਥ ਫੜਾ ਚੱਲੇ, ਨਦੀ ਨਾਵ ਸੰਜੋਗ ਦੇ ਹੋਣ ਮੇਲੇ, ਸਤਿ ਸ੍ਰੀ ਅਕਾਲ ਗਜਾ ਚੱਲੇ। ਸੋ ਇਹ ਭਾਵਨਾ ਸੀ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕੀਤਾ। ਪਰ ਹਾਲਾਤ ਬਦਲੇ, ਸਰਕਾਰਾਂ ਬਦਲੀਆਂ, ਹਾਕਮ ਬਦਲੇ ਔਰ ਨਵੇਂ ਜਿਹੜੇ ਕਾਨੂੰਨ ਬਣਾਏ, ਉਹਨਾਂ ਨੇ ਇਹ ਕਰ ਦਿੱਤਾ ਕਿ ਧਰਮ ਦੇ ਨਾਂ ਦੇ ਉੱਤੇ ਕੋਈ ਵੀ ਪਾਰਟੀ ਨਹੀਂ ਹੋ ਸਕਦੀ, ਸਾਰਿਆਂ ਨੂੰ ਧਰਮ ਨਿਰਪੱਖ ਹੋਣਾ ਪਏਗਾ। ਇਸ ਤਕਨੀਕੀ ਨੁਕਤੇ ਨੂੰ ਲੈ ਕੇ ਸਰਦਾਰ ਬਲਵੰਤ ਸਿੰਘ ਜੀ ਨੇ ਜਿਹੜਾ ਮੁਕੱਦਮਾ ਦਿੱਲੀ ਹਾਈ ਕੋਰਟ ਦੇ ਵਿੱਚ ਕੀਤਾ, ਸਾਡੇ ਨਾਲ ਸਾਹਿਬ ਬਲਵੰਤ ਸਿੰਘ ਜੀ ਮੌਜੂਦ ਹਨ ਔਰ ਇਹਦੇ ਬਾਰੇ ਗੱਲਬਾਤ ਕਰਨਗੇ ਔਰ ਤੁਹਾਨੂੰ ਜਾਣਕਾਰੀ ਦੇਣਗੇ। ਸਾਹਿਬ ਬਲਵੰਤ ਸਿੰਘ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ, ਜੀ ਆਇਆਂ ਨੂੰ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਬਲਵੰਤ ਸਿੰਘ ਜੀ, ਇਹ ਹੈ ਕਿ ਮਸਲਾ ਕੀ ਹੈ ਤੇ ਤੁਸੀਂ ਇਹ ਮੁਕੱਦਮਾ ਕੀਤਾ, ਇਹ ਮੁਕੱਦਮਾ ਕਰਨ ਦੀ ਤੁਹਾਨੂੰ ਲੋੜ ਕਿਉਂ ਪਈ ਤੇ ਇਹਦਾ ਨਿਸ਼ਾਨਾ ਮਕਸਦ ਕੀ ਹੈ ਇਸ ਮੁਕੱਦਮੇ ਦਾ? ਲੰਬਾ ਸਾਹਿਬ, ਮੈਂ ਤੁਹਾਡਾ ਧੰਨਵਾਦੀ ਹਾਂ ਕਿ ਕੈਨੇਡਾ, ਅਮਰੀਕਾ ਤੇ ਯੂਰਪ ਦੇ ਸੰਗਤ ਨੂੰ ਤੁਸੀਂ ਜਿਸ ਤਰ੍ਹਾਂ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਵਿੱਚ ਸੱਚੇ ਸਿੱਖਾਂ ਨੇ, ਗੁਰਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਇੱਕ ਬਹੁਤ ਭਾਰੀ ਕ੍ਰਾਂਤੀ ਲਿਆ ਕੇ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਉਦੋਂ ਹੀ ਸ਼੍ਰੋਮਣੀ ਅਕਾਲੀ ਦਲ ਬਣਿਆ। ਉਸ ਦਾ ਵਿਧਾਨ ਜਿਹੜਾ ਹੈ ਔਰ 1974 ਤੱਕ ਉਹਦੇ ਤੇ ਚੱਲਦੇ ਰਹੇ ਜੀ। ਛੱਡਿਆ ਹਰ ਇੱਕ ਕੋਲ ਹੈ, ਹਰ ਪੰਥ ਦਰਦੀ ਨੂੰ ਉਹਦਾ ਪਤਾ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਮਸੰਦਾਂ ਦਾ ਪਹਿਲਾਂ ਗੁਰਦੁਆਰਿਆਂ ਤੇ ਕਬਜ਼ਾ ਹੋ ਗਿਆ, ਸੱਤਾ ਦੇ ਜ਼ੋਰ ਨਾਲ, ਪੈਸੇ ਦੇ ਜ਼ੋਰ ਦੇ ਨਾਲ, ਨਸ਼ੇ ਦੇ ਜ਼ੋਰ ਦੇ ਨਾਲ ਉਸ ਸ਼੍ਰੋਮਣੀ ਕਮੇਟੀ ਦੇ ਨਵੇਂ ਮਸੰਦਾਂ ਦੇ ਕਬਜ਼ੇ ਹੋ ਗਏ। ਉਸ ਦਾ ਲੰਗਰ, ਉਸ ਦੀਆਂ ਸਰਾਵਾਂ, ਉਸ ਦੇ ਫੰਡ ਸਿਆਸਤ ਲਈ ਵਰਤਣ ਲੱਗ ਗਏ ਔਰ ਸਿਆਸਤ ਤੇ ਚੜ ਕੇ ਉਹਨਾਂ ਨੇ ਆਪਣੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਪਰਿਵਾਰ ਦਲ ਬਣਾਤਾ, ਸ਼੍ਰੋਮਣੀ ਫਰਾਡ ਦਲ ਬਣਾਤਾ। ਇਹਦੇ ਨਾਲ ਸੰਗਤਾਂ ਵਿੱਚ ਰੋਸਾ ਸੀ। ਇਸ ਨੁਕਤੇ ਤੇ ਮੈਂ ਬੜੀ ਦੇਰ ਤੋਂ, ਕਿਉਂਕਿ ਪਬਲਿਕ ਲਾਈਫ ਦੇ ਵਿੱਚ 1952 ਤੋਂ ਹਾਂ, ਜੈ ਪ੍ਰਕਾਸ਼ ਮੂਵਮੈਂਟ ਵਿੱਚ ਰਹੇ ਹਾਂ, 1977 ਦੀ ਮੂਵਮੈਂਟ 'ਚ ਰਹੇ ਹਾਂ। ਤੁਹਾਨੂੰ ਪਤਾ ਵੀ 26 ਜਨਵਰੀ 1950 ਤੋਂ ਭਾਰਤ ਦੇ ਵਿੱਚ ਨਵਾਂ ਸੰਵਿਧਾਨ ਲਾਗੂ ਹੋਇਆ। ਉਹਦੇ ਵਿੱਚ ਸਾਨੂੰ ਸੈਕੂਲਰਿਜ਼ਮ ਔਰ ਸੋਸ਼ਲਿਜ਼ਮ ਔਰ ਇਹ ਸਾਨੂੰ ਇੱਕ ਸਹੁੰ ਖਾਣੀ ਪੈਂਦੀ ਆ ਹਰ MLA ਨੂੰ, MP ਨੂੰ ਜੀ। ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਧਾਰਮਿਕ ਪਾਰਟੀ ਦੇ ਤੌਰ ਤੇ ਉੱਭਰਿਆ ਸੀ, ਅਸੀਂ ਸਿਆਸਤ ਨੂੰ ਵੀ ਸੁਧਾਰਨਾ ਚਾਹੁੰਦੇ ਸੀ, ਪਰ ਸਿਆਸਤ ਨੂੰ ਸੁਧਾਰਦੇ ਇਹਨਾਂ ਨੇ ਧਰਮ ਨੂੰ ਹੀ ਸੰਕਟ ਵਿੱਚ ਪਾ ਦਿੱਤਾ ਜੀ। ਔਰ ਅੱਜ ਦੀ ਤਾਰੀਖ ਵਿੱਚ ਵੇਖਿਆ ਜਾਵੇ ਤੇ ਇੱਕੋ ਹੀ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਸਰਕਾਰ ਤੇ ਕਬਜ਼ਾ ਹੋ ਗਿਆ ਜੀ। ਔਰ ਇਹਦੇ ਵਿਰੁੱਧ
ਅਸੀਂ ਕਾਨੂੰਨੀ ਲੜਾਈ ਲੜ ਕੇ ਅੱਜ ਇਹਨਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜੀ ਤੁਸੀਂ 18 ਸਾਲ ਤੋਂ ਇਹ ਮੈਂ ਕਾਨੂੰਨੀ ਲੜਾਈ ਸ਼ੁਰੂ ਕੀਤੀ ਸੀ। ਮੇਰੇ ਤੋਂ ਪਹਿਲਾਂ ਵੀ ਕਈ ਲੜਦੇ ਮਰ ਗਏ, ਉਹਨਾਂ ਦੇ ਨਾਂ ਹੈਗੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਰਿਕਾਰਡ ਵਿੱਚ, ਜਿਨ੍ਹਾਂ ਨੇ ਇਹਨਾਂ ਵਿਰੁੱਧ ਸ਼ਿਕਾਇਤ ਕੀਤੀ। 2 ਸਾਲ 4 ਸਾਲ ਚੱਲੇ, ਉਹ ਵਿਚਾਰੇ ਮਰ ਗਏ ਜਾਂ ਬਦਲ ਗਏ। ਕਦੋਂ ਮੇਰੇ ਹਿੱਸੇ ਇਹ ਝੰਡਾ ਚੱਕਿਆ ਤੇ ਅੱਜ ਤੱਕ ਮੈਨੂੰ ਖੁਸ਼ੀ ਹੈ ਕਿ ਅਸੀਂ ਸਫਲਤਾ ਤੇ ਸਫਲਤਾ ਨਹੀਂ। ਖੇੜਾ ਸਾਹਿਬ, ਇਹਦੇ ਵਿੱਚ ਤੁਸੀਂ ਇਹ ਦੱਸੋ, ਤੁਹਾਡਾ ਇਹਦੇ ਵਿੱਚ ਨੁਕਤਾ ਕੀ ਹੈ? ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ? ਤੁਹਾਨੂੰ ਇਤਰਾਜ਼ ਕੀ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ? ਤੁਹਾਨੂੰ ਕੀ ਇਤਰਾਜ਼ ਹੈ? ਲੰਬਾ ਸਾਹਿਬ, ਮੈਨੂੰ ਇਤਰਾਜ਼ ਨਹੀਂ ਹੋ ਸਕਦਾ। ਤੁਹਾਨੂੰ ਪਤਾ ਤੇ 1974 ਦਾ ਸ਼੍ਰੋਮਣੀ ਅਕਾਲੀ ਦਲ ਜਿਸ ਭਾਵਨਾ ਦਾ ਤੁਸੀਂ ਪ੍ਰਗਟ ਕੀਤਾ ਪੁਰਾਣੀਆਂ ਕਵਿਤਾ ਪੜ੍ਹ ਕੇ, ਜਿਸ ਤਰੀਕੇ ਨਾਲ ਗਦਰ ਪਾਰਟੀ ਵਾਲਿਆਂ ਨੇ ਆਜ਼ਾਦੀ ਦੀ ਲੜਾਈ ਦੇ ਸਾਨ ਫਰਾਂਸਿਸਕੋ ਤੋਂ ਲਹਿਰ ਸ਼ੁਰੂ ਕੀਤੀ, ਗਦਰ ਲਹਿਰ ਦੇ ਵਿੱਚ ਵੀ ਇਸ ਤਰੀਕੇ ਦੀਆਂ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ। ਇਹਦੇ ਤੇ ਇਹਨਾਂ ਨੇ 1999 ਵਿੱਚ ਪ੍ਰਕਾਸ਼ ਸਿੰਘ ਬਾਦਲ ਧੜੇ ਨੇ ਕਹਿ ਲਓ ਜਾਂ ਅਕਾਲੀਆਂ ਨੇ ਕਹਿ ਲਓ, ਇਹਨਾਂ ਨੇ ਉਸ ਸੰਵਿਧਾਨ ਨੂੰ ਬਗੈਰ ਕਮੇਟੀ ਵਿੱਚ ਲਿਆਂਦਿਆਂ, ਬਗੈਰ ਸੰਵਿਧਾਨ ਵਿੱਚ ਲਿਆਂਦਿਆਂ, ਬਗੈਰ ਰਿਕਾਰਡ ਵਿੱਚ ਲਿਆਂਦਿਆਂ, ਉਸਦੀ ਦੁਰਵਰਤੋਂ ਕਰਦੇ ਹੋਏ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹਨਾਂ ਨੇ ਅੰਗਰੇਜ਼ੀ ਚ ਵਿਧਾਨ ਦਿੱਤਾ, ਉਹ 100% ਪਹਿਲੇ ਸੰਵਿਧਾਨ ਦੇ ਉਲਟਾ। ਪਹਿਲਾਂ ਸੰਵਿਧਾਨ ਵਿੱਚ ਸਿੱਖਾਂ ਦੀ ਪਾਰਟੀ ਸੀ, ਸਿੰਘ ਔਰ ਸਿੰਘਣੀਆਂ ਇਹਨਾਂ ਦੇ ਜਿਹੜੇ ਸੀ ਆਪਾਂ ਸਾਰੇ ਸਿੱਖ ਮੈਂਬਰ ਬਣ ਸਕਦੇ। ਜਿਹੜਾ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬਿਆਨ ਦਿੱਤਾ, ਉਹ ਪੰਜਾਬੀ ਵਿੱਚ ਹੈ ਨਹੀਂ, ਅੱਜ ਦੀ ਤਾਰੀਖ ਵਿੱਚ ਵੀ ਪੰਜਾਬੀ ਵਿੱਚ ਅਵੇਲੇਬਲ ਨਹੀਂ ਹੈ। ਉਹ ਕਿਸੇ ਕੋਲ ਡਰਾਫਟ ਕਰਾਇਆ ਤੇ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਉਹ ਪਕੜਿਆ ਗਿਆ। ਹੁਣ ਪੁਰਾਣਾ ਵਿਧਾਨ ਵੀ ਸਾਡੇ ਕੋਲ ਸੀ, ਨਵਾਂ ਵਿਧਾਨ ਅਸੀਂ ਵੈਬਸਾਈਟ ਤੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਖੁਲਵਾ ਲਿਆ। ਫਿਰ ਇਹਨਾਂ ਦਾ ਪਾਜ ਖੁੱਲ ਗਿਆ। ਇਹ ਤੇ ਸਾਰੇ ਪੰਥ ਨਾਲ, ਸਾਰੇ ਕਾਨੂੰਨ ਨਾਲ, ਸਰਕਾਰ ਨਾਲ, ਅਦਾਲਤਾਂ ਨਾਲ ਧੋਖਾ ਕਰਦੇ ਆ ਰਹੇ ਸੀ। ਇਸ ਕਰਕੇ ਇਹਨਾਂ ਨੂੰ ਕਟਹਿਰੇ ਵਿੱਚ ਖੜਾ ਹੈਗੇ ਆ। ਜਿਹੜੀ ਸਿਵਲ ਪਟੀਸ਼ਨ PIL ਹੈਗੀ ਆ, ਉਹ ਪਿਛਲੇ ਕਈ ਪ੍ਰਸ਼ਾਂਤ ਭੂਸ਼ਣ, ਤੁਹਾਨੂੰ ਪਤਾ ਭਾਰਤ ਦੇ ਬੜੇ ਕਾਨੂੰਨਵਿਦ ਹੈਗੇ ਆ, ਉਹਨਾਂ ਨੇ ਪਹਿਲਾਂ ਅਸੀਂ ਸੁਪਰੀਮ ਕੋਰਟ ਵਿੱਚ ਵੀ ਲੈ ਕੇ ਗਏ ਸੀ। ਹੁਣ ਫਿਰ ਇਲੈਕਸ਼ਨ ਕਮਿਸ਼ਨ ਕੋਲ ਵੀ 10 ਸਾਲ ਧੱਕੇ ਖਾਂਦਿਆਂ ਨੂੰ ਹੋਏ। ਉਹ ਫੈਸਲਾ ਪਿੱਛੇ ਪਾਈ ਜਾਂਦੇ ਸੀ, ਕਹਿੰਦੇ ਅਦਾਲਤ ਤੋਂ ਫੈਸਲਾ ਲਓ। ਮੈਂ ਖੇੜਾ ਸਾਹਿਬ, ਮੈਂ ਤੁਹਾਡੀ ਗੱਲ ਮੈਂ ਚਾਹੁੰਦਾ ਸੀ ਕਿ ਤੁਸੀਂ ਆਰਾਮ ਨਾਲ ਸਾਰੀ ਗੱਲ ਦੱਸ ਦਿੰਦੇ, ਤੇ ਤੁਸੀਂ ਜਿਹੜਾ ਦੱਸ ਦਿੱਤਾ ਹੈ ਉਹ ਸਾਰੇ ਦਾ ਸਾਰਾ ਤਕਰੀਬਨ ਕਿ ਉਹ, ਜੇ ਮੈਂ ਇਹਨੂੰ ਸਮ ਅਪ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਜਥੇਬੰਦੀ ਦੇ ਤੌਰ ਦੇ ਉੱਤੇ ਉਭਰਿਆ ਸੀ ਔਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਔਰ ਉਹ ਆ ਕੇ 1999 ਦੇ ਵਿੱਚ ਜਿਹੜੇ ਇਹਦੇ ਪ੍ਰਬੰਧਕ ਸਨ, ਕਾਬਜ਼ ਸਨ, ਉਹਨਾਂ ਨੇ ਇਹਦੇ ਸੰਵਿਧਾਨ ਦੇ ਵਿੱਚ ਤਰਮੀਮ ਕਰਕੇ ਜਿਹੜਾ ਸਰਕਾਰ ਨੂੰ ਦੇ ਦਿੱਤਾ, ਉਹਦਾ ਖਰੜਾ ਵੀ ਇਹਨਾਂ ਕੋਲ ਨਹੀਂ ਹੈਗਾ ਔਰ ਉਹਦੇ ਮੁਤਾਬਕ ਇਹਨਾਂ ਨੇ ਇਹਨੂੰ ਸੈਕੂਲਰ ਤਬਦੀਲ ਕਰ ਦਿੱਤਾ। ਇਹੀ ਤੁਸੀਂ ਕਹਿਣਾ ਚਾਹੁੰਦੇ ਹੋ? ਠੀਕ ਹੈ। ਸੋ ਜੀ, ਇੱਕ ਛੋਟਾ ਜਿਹਾ ਵਕਫਾ ਲਵਾਂਗੇ ਔਰ ਉਹਦੇ ਬਾਅਦ ਅਸੀਂ ਮੁੜ ਹਾਜ਼ਰ ਹੁੰਦੇ ਹਾਂ। ਤੁਸੀਂ ਕਿਰਪਾ ਕਰਕੇ ਸਾਡੇ ਨਾਲ ਲਾਈਨ ਦੇ ਉੱਤੇ ਬਣੇ ਰਹੋ। ਬਹੁਤ ਅੱਛਾ ਜੀ, ਧੰਨਵਾਦ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸਾਹਿਬ ਬਲਵੰਤ ਸਿੰਘ ਜੀ ਖੇੜਾ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਕੇਸ ਮੁਕੱਦਮਾ ਫਾਈਲ ਕੀਤਾ, PIL ਦਾਖਲ ਕੀਤੀ ਹੈ ਕਿ ਇਹਨਾਂ ਨੇ ਫਰਾਡੂਲੈਂਟਲੀ, ਧੋਖਾਧੜੀ ਦੇ ਨਾਲ ਆਪਣੀ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਹੈ। ਇਸ ਕਰਕੇ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਜਾਏ। ਮੈਂ ਇਸ ਨੂੰ ਬਹੁਤ ਛੋਟੇ ਲਫ਼ਜ਼ਾਂ ਵਿੱਚ ਦੱਸ ਦਿਆਂ ਕਿ 1973 ਦੇ ਵਿੱਚ ਪਾਰਟੀ ਦਾ ਸੰਵਿਧਾਨ ਜਿਹੜਾ ਬਣਿਆ, ਛਪਿਆ, ਸਰਦਾਰ ਅਜਮੇਰ ਸਿੰਘ ਜੀ ਦੇ ਜਿਹੜੇ ਸਕੱਤਰ ਸਨ, ਉਹਨਾਂ ਦੇ ਦਸਖਤਾਂ ਦੇ ਨਾਲ ਉਹ ਜਾਰੀ ਹੋਇਆ। 1999 ਦੇ ਵਿੱਚ ਐਲਾਨ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਜਿਹੜਾ ਕਾਨੂੰਨ ਹੈ, ਆਪਣੇ ਆਪ ਨੂੰ ਸੈਕੂਲਰ ਡਿਕਲੇਅਰ ਕਰਨਾ ਸੀ, ਤੇ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਆਪਣੇ ਸੰਵਿਧਾਨ ਵਿੱਚ ਤਰਮੀਮ ਕਰ ਲਈ। ਪਰ 2003 ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਕਮਿਸ਼ਨ ਨੂੰ ਜਿਹੜਾ ਸੰਵਿਧਾਨ ਦੀ ਕਾਪੀ ਦਿੱਤੀ ਗਈ, ਉਹਦੇ ਵਿੱਚ ਤੇ 1973 ਵਾਲੇ 'ਚ ਕੁਝ ਵੀ ਨਹੀਂ ਸੀ ਮਿਲਦਾ।
ਇਹ ਇਸ ਨੁਕਤੇ ਨੂੰ ਲੈ ਕੇ ਸਰ ਬਲਵੰਤ ਸਿੰਘ ਜੀ ਤੁਸੀਂ ਇਹ ਮੁਕੱਦਮਾ ਕੀਤਾ, ਤੋ ਤੁਹਾਡਾ ਇਤਰਾਜ਼ ਇਹਨਾਂ ਦੇ ਕੰਟੈਂਟ ਤੇ ਨਹੀਂ ਹੈ, ਇਹਨਾਂ ਦੀ ਸਿਰਫ ਇਹ ਸੰਵਿਧਾਨ ਦੋਨੋਂ ਕੰਟਰਡਿਕਸ਼ਨ ਹੈ, ਇਹਦੇ ਤੇ ਤੁਹਾਡਾ ਮੁਕੱਦਮਾ ਹੈਗਾ? ਜੀ ਜੀ ਜੀ। ਦੋ ਮੁਕੱਦਮੇ ਆ ਜੀ, ਜੀ। ਇੱਕ ਤਾਂ ਡੀ ਰਜਿਸਟਰ ਦਾ ਮੁਕਾਬਲਾ ਜੀ। ਸੁਪਰੀਮ ਕੋਰਟ ਇਲੈਕਸ਼ਨ ਕਮਿਸ਼ਨ ਚ ਹੋ ਕੇ ਹੁਣ ਹਾਈ ਕੋਰਟ ਦਾ ਫਾਈਨਲ ਸਟੇਜ ਤੇ ਜੀ hearing ਲਈ। ਜੀ ਜੀ ਮੈਨੂੰ ਇੱਕ ਗੱਲ ਦੱਸੋ, ਹਾਂਜੀ ਜੀ ਜੀ ਇੱਕ ਗੱਲ ਦੱਸੋਗੇ, ਤੁਸੀਂ ਹੁਣੇ ਜ਼ਿਕਰ ਕੀਤਾ ਸੀ ਜਿਵੇਂ ਤੁਸੀਂ ਦੱਸ ਰਹੇ ਸੀਗੇ, ਮੈਂ ਬਹੁਤ ਸਪਸ਼ਟ ਔਰ ਛੋਟੇ ਲਫ਼ਜ਼ਾਂ ਵਿੱਚ ਅਗਰ ਤੁਹਾਡੇ ਕੋਲੋਂ ਜਾਣਕਾਰੀ ਲਵਾਂ ਕਿ ਅਗਰ ਤੁਹਾਡਾ ਮੁਕੱਦਮਾ ਕਾਮਯਾਬ ਹੋ ਜਾਂਦਾ ਹੈ, ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖਤਮ ਹੋ ਜਾਏਗੀ। ਇਹ ਜਿਹੜਾ 1920-25 ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਿਆ ਇਹ ਸਮਾਪਤ ਹੋ ਜਾਏਗਾ, ਨਵੀਂ ਕੋਈ ਪਾਰਟੀ ਬਣੇਗੀ, ਉਹ ਜਿੱਦਾਂ ਦੀ ਬਣੇਗੀ ਉਹ ਵੱਖਰੀ ਗੱਲ ਹੋਗੀ। ਇਹ ਸਹੀ ਗੱਲ ਹੈ? ਇਹ ਤੁਹਾਡੀ ਗੱਲ ਦਰੁਸਤ ਹੈ। ਮੈਂ ਨਾਲੇ ਵੀ ਜੋੜਨਾ ਚਾਹੂੰਗਾ, ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੀ ਰਜਿਸਟ੍ਰੇਸ਼ਨ ਦਾ ਤੋੜਨੇ ਦਾ ਵੀ ਇਹ ਪਹਿਲਾ ਹੋਏਗਾ ਜੀ। ਔਰ 1996 ਵਿੱਚ ਐਸਆਰ ਬਮਈ ਹੁੰਦੇ ਸੀ ਹਾਂਜੀ ਮੁੱਖ ਮੰਤਰੀ ਕਰਨਾਟਕ ਦੇ, ਉਹਨਾਂ ਦਾ 9 ਜੱਜਾਂ ਦਾ ਭਾਰਤ ਦੀ ਸੁਪਰੀਮ ਕੋਰਟ ਦਾ ਸਰਬਸੰਮਤ ਫੈਸਲਾ ਹਾਂਜੀ ਕਿ ਧਰਮ ਦੇ ਵਿੱਚ ਜਿਹੜਾ ਸਿਆਸਤ ਨੂੰ ਰਲਾਏਗਾ ਉਹ ਹਿੰਦੁਸਤਾਨ ਦੇ ਵਿੱਚ ਕੋਈ ਪਾਰਟੀ ਨਹੀਂ ਚਲਾ ਸਕਦਾ। ਬਿਲਕੁਲ, ਮੈਂ ਹੁਣੇ ਬਿਲਕੁਲ ਇਹ ਜਿਹੜੀ ਤੁਸੀਂ ਦੋ ਨੁਕਤੇ ਕਹੇ ਹੈ, ਧਰਮ ਔਰ ਸਿਆਸਤ ਨੂੰ ਇਕੱਠਿਆਂ ਨਹੀਂ ਰੱਖਿਆ ਜਾਏਗਾ। ਸੋ ਇੱਕ ਇਸ ਤੋਂ ਪਹਿਲਾਂ ਖੇੜਾ ਸਾਹਿਬ ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਜਦੋਂ ਮਸੰਦਾਂ ਨੂੰ ਕੱਢਣ ਦੇ ਲਈ ਮਸੰਦ ਕਾਬਜ਼ ਹੋ ਗਏ ਸੀ ਤੇ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਸੀ, ਫਿਰ ਇਹ ਅਕਾਲੀ ਦਲ ਆਇਆ ਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਉਹਨਾਂ ਦਾ ਸਿੰਘਾਂ ਦਾ ਅਟੈਕ ਮਸੰਦਾਂ ਦੇ ਉੱਤੇ ਸੀ, ਨਾ ਕਿ ਗੁਰਦੁਆਰੇ ਨੂੰ ਢਾਣ ਦਾ। ਅੱਜ ਖੇੜਾ ਸਾਹਿਬ ਇਦਾਂ ਨਹੀਂ ਲੱਗ ਰਿਹਾ ਕਿ ਤੁਹਾਡਾ ਅਟੈਕ ਜਿਹੜੇ ਕਾਬਜ਼ ਹੈ ਉਹਨਾਂ ਦੇ ਉੱਤੇ ਨਹੀਂ ਹੈਗਾ, ਅਕਾਲੀ ਦਲ ਦੇ ਉੱਤੇ ਅਟੈਕ ਹੈ? ਇਹ ਥੋੜਾ ਜਿਹਾ ਫਰਕ ਨਹੀਂ ਹੋ ਗਿਆ? ਨੰਬਰ ਸਾਹਿਬ, ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੈ। ਮੈਨੂੰ ਦੁੱਖ ਹੁੰਦਾ ਕਿ ਸਿੱਖ ਉਹ ਹੈ ਜਿਹੜਾ ਰਹਿ ਨਹੀਂ ਰਹੇ ਜੀ, ਜਿਹੜਾ ਕਹਿਣੀ ਕਰਨੀ ਚ ਫਰਕ ਨਾ ਹੋਵੇ ਜੀ। ਤੇ ਉਸ ਮਿਸ਼ਨ ਦੇ ਵਿੱਚ ਮੈਨੂੰ ਯਾਦ ਆ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਾਂਝਾ ਵਿਸਾਖੀ ਮਨਾਉਣ ਲਈ, ਤੁਹਾਨੂੰ ਯਾਦ ਹੋਏਗਾ, 13 ਅਪ੍ਰੈਲ 2001 ਨੂੰ ਕੈਨੇਡਾ ਗਿਆ ਸੀ ਵਾਪਸ, ਤੇ ਉਹਨੇ ਕਬੂਤਰ ਉਡਾਏ ਸੀ। ਨਹੀਂ, ਮੈਂ ਖੇੜਾ ਸਾਹਿਬ ਆਪਾਂ ਦੂਜੇ ਪਾਸੇ ਲਾਂਬੇ ਨਾ ਜਾਈਏ। ਤੁਹਾਡੀ ਗੱਲ ਨਾਲ ਅਗਰ ਅਸੀਂ ਬਿਲਕੁਲ ਹੋ ਜਾਈਏ, ਸਹਿਮਤ ਹੋ ਜਾਈਏ ਕਿ ਦੋਸ਼ ਅਕਾਲੀ ਦਲ ਦਾ ਨਹੀਂ, ਅਕਾਲੀ ਦਲ ਦੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਫਰਾਡ ਕੀਤਾ, ਧੋਖਾ ਕੀਤਾ, ਝੂਠ ਬੋਲਿਆ, ਪਰ ਨੁਕਸਾਨ ਇਹਦੇ ਵਿੱਚ ਅਕਾਲੀ ਦਲ ਦਾ ਹੋਏਗਾ, ਨਾ ਕਿ ਉਹਨਾਂ ਪ੍ਰਬੰਧਕਾਂ ਦਾ। ਦੇਖੋ, ਸਿਧਾਂਤ ਸਾਡੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਅਕਾਲੀ ਦਲ ਦਾ ਨੁਕਸਾਨ ਨਹੀਂ। ਇਹ ਜਿਹੜਾ ਫਰਾਡ ਦੀ ਝੂਠ ਦੀ ਦੁਕਾਨ ਚਲਾਉਂਦੇ ਸੀ, ਪ੍ਰਕਾਸ਼ ਸਿੰਘ ਬਾਦਲ ਦਾ ਧੜਾ ਕਹਿ ਲਓ ਜਾਂ ਇਹਨਾਂ ਦੀ ਬਾਦਲ ਜੁੰਡਲੀ ਕਹਿ ਲਓ, ਇਹਨਾਂ ਨੂੰ ਜਿਹੜਾ ਉਕੜਨਗੇ ਅੱਗੇ ਨੂੰ ਨਸੀਹਤ ਹੋ ਜਾਊਗੀ ਤੇ ਗਲਤ ਗੱਲ। ਚਲੋ ਅੱਛਾ, ਦੂਜਾ ਮੈਂ ਤੁਹਾਡੀ ਗੱਲ ਬਹੁਤ ਸਾਡੇ ਦਰਸ਼ਕਾਂ ਤੱਕ ਕਲੀਅਰ ਹੈ। ਮੈਂ ਇੱਕ ਗੱਲ ਹੋਰ, ਹੁਣ ਜਿਹੜੀ ਇਹਨਾਂ ਨੇ ਕਾਨੂੰਨ ਦੀ ਪਾਲਣਾ ਕਰਦਿਆਂ ਹੋਇਆਂ ਡਿਕਲੇਅਰ ਕੀਤਾ, ਟੈਕਨੀਕਲੀ ਭਾਵੇਂ ਉਸ ਨੂੰ ਇਹਨਾਂ ਨੇ ਸਹੀ ਤੌਰ ਤੇ ਦਾਖਲ ਕੀਤਾ ਕਿ ਨਹੀਂ ਕੀਤਾ, ਪਰ ਇਹ ਤਾਂ ਪੂਰੀ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਬੰਬਈ ਦੇ ਕੇਸ ਵਿੱਚ ਸੀ ਕਿ ਧਰਮ ਤੇ ਉਹਨੂੰ ਰਲਗੱਡ ਨਹੀਂ ਕਰੇਗਾ। ਹੁਣ ਤਾਂ ਜਿਹੜਾ ਅਕਾਲੀ ਦਲ ਹੈ ਇਹ ਤਾਂ ਪੂਰੀ ਤਰ੍ਹਾਂ ਸੈਕੂਲਰ ਹੈ, ਕਿਉਂਕਿ ਆਗੂ ਜਿਹੜੇ ਹੈ ਉਹ ਡੇਰਿਆਂ ਵਿੱਚ ਵੀ ਜਾਂਦੇ ਹੈ, ਮੂਰਤੀਆਂ ਅੱਗੇ ਵੀ ਜਾਂਦੇ ਹੈ, ਮੰਦਰਾਂ ਵਿੱਚ ਵੀ ਜਾਂਦੇ ਹੈ, ਹਵਨ ਵੀ ਕਰਦੇ ਹੈ। ਨਾ ਧਾਰਮਿਕ ਤੌਰ ਦੇ ਉੱਤੇ ਬਿਲਕੁਲ ਉਹ ਖਤਮ ਕਰ ਦਿੱਤਾ ਜਿਹੜਾ ਓਰੀਜਨਲ ਸੀ। ਤਾਂ ਕੀ ਤੁਸੀਂ ਮੰਨੋਗੇ ਨਹੀਂ ਕਿ ਹੁਣ ਤਾਂ ਇਹ ਪੂਰੀ ਤਰ੍ਹਾਂ ਸੈਕੂਲਰ ਹੋ ਚੁੱਕਾ ਹੈ ਅਕਾਲੀ ਦਲ? ਮੈਂ ਇਹਨੂੰ ਸੈਕੂਲਰ ਨਹੀਂ ਮੰਨਦਾ, ਇਹ ਮੈਂ ਸਮਝਦਾ ਧੋਖਾਧੜੀ ਹੈ। ਲੋਕਾਂ ਨੂੰ, ਸੰਗਤਾਂ ਨੂੰ, ਵੋਟਰਾਂ ਨੂੰ ਇਹ ਸਹੀ ਗੱਲ ਦੱਸਣ ਦੀ ਬਜਾਏ ਉਹਨਾਂ ਨੂੰ ਭਰਮਾਉਣ ਦਾ ਕੰਮ ਕਰ ਰਹੇ ਆ। ਇਸੇ ਕਰਕੇ ਹੀ ਮੈਂ ਜਿਹੜਾ ਤੁਹਾਡਾ ਹੁਸ਼ਿਆਰਪੁਰ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਜਿਹੜਾ ਕੀਤਾ ਹੈ ਧੋਖਾਧੜੀ ਜਾਲਸਾਜ਼ੀ ਦਾ, ਔਰ ਉਹਦੇ ਵਿੱਚ ਇਹਨਾਂ ਨੂੰ ਸਜ਼ਾ ਮਿਲਣ ਵਾਲੀ ਆ। ਮੈਂ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਲੰਬੀ ਹੋਵੇ, ਔਰ ਜਿਸ ਤਰ੍ਹਾਂ ਚਟਾਲਾ ਓਮ ਪ੍ਰਕਾਸ਼ ਜੇਲ੍ਹ ਦੇ ਵਿੱਚ ਹੈਗਾ, ਇਹਨੂੰ ਉਸ ਮੁਕੱਦਮੇ ਵਿੱਚ ਜੇਲ੍ਹ ਵਿੱਚ ਜਾਣਾ ਪਊਗਾ, ਇਹਨਾਂ ਦੀ ਕੋਰ ਕਮੇਟੀ ਸਾਰੀ ਨੂੰ। ਜੀ ਅੱਛਾ, ਮੇਰਾ ਧੋਖਾਧੜੀ ਦੇ ਮਾਮਲੇ ਵਿੱਚ। ਜੀ ਅੱਛਾ, ਮੇਰਾ ਇੱਕ ਅਖੀਰਲਾ ਸਵਾਲ ਹੈ ਤੁਹਾਨੂੰ ਖੇੜਾ ਸਾਹਿਬ
ਕਿ ਤੁਸੀਂ ਇਹ ਕਿਹਾ ਹੈ ਕਿ ਇਹ ਅਕਾਲੀ ਦਲ ਜਿਹੜਾ ਹੈ ਸੈਕੂਲਰ ਅਖਵਾ ਰਿਹਾ ਹੈ, ਸੈਕੂਲਰ ਹੈ ਨਹੀਂ। ਜੇਕਰ ਸ਼ਿਵ ਸੈਨਾ ਅਗਰ ਰਜਿਸਟਰਡ ਹੋ ਸਕਦੀ ਹੈ, ਜਿਹੜੀ ਕਲੀਅਰਲੀ ਸਿੱਧੇ ਤੌਰ ਦੇ ਉੱਤੇ ਹਿੰਦੂਇਜ਼ਮ ਦੀ ਗੱਲ ਕਰਦੀ ਹੈ, ਜੇ ਭਾਰਤੀ ਜਨਤਾ ਪਾਰਟੀ ਆਪਣੇ ਸੰਵਿਧਾਨ ਦੇ ਵਿੱਚ ਹਿੰਦੂਤਵਾ ਦੀ ਗੱਲ ਕਰਕੇ ਸੈਕੂਲਰ ਹੋ ਸਕਦੀ ਹੈ, ਜੇ ਮੁਸਲਿਮ ਲੀਗ ਹੋ ਸਕਦੀ ਹੈ ਉਹ ਵੀ ਸੈਕੂਲਰ ਹੋ ਸਕਦੀ ਹੈ, ਪਰ ਜੇਕਰ ਅਕਾਲੀ ਅਗਰ ਕਿਧਰੇ ਧਰਮ ਦੀ ਕਿਧਰੇ ਮਾੜੀ ਮੋਟੀ ਭਾਵੇਂ ਫਾਰਮੈਲਿਟੀ ਦੇ ਤੌਰ ਤੇ ਗੱਲ ਕਰ ਲਵੇ ਤੇ ਉਹ ਜਿਹੜਾ ਹੈਗਾ ਉਹਦੀ ਰਜਿਸਟ੍ਰੇਸ਼ਨ ਕੈਂਸਲ ਹੋ ਜਾਏ, ਕਿ ਇਹ ਅਕਾਲੀ ਦਲ ਦੇ ਇਤਿਹਾਸ ਵਿੱਚ ਜਾਂ ਸਿੱਖਾਂ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਅਜੀਬ ਗੱਲ ਨਹੀਂ ਹੋਏਗੀ ਕਿ ਵਿਤਕਰਾ ਨਹੀਂ ਮੰਨਿਆ ਜਾਏਗਾ? ਲਾਂਬਾ ਸਾਹਿਬ, ਤੁਸੀਂ ਬਿਲਕੁਲ ਵਧੀਆ ਗੱਲ ਕੀਤੀ ਹੈ। ਮੈਂ ਖੁਦ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ, ਮੁਸਲਿਮ ਲੀਗ ਔਰ ਇਸ ਤਰ੍ਹਾਂ ਦੀਆਂ 15 ਪਾਰਟੀਆਂ ਵਾਸਤੇ ਗਏ ਸੀ। ਹੋਰ ਵੀ ਕੇਰਲ ਦਾ ਫੌਜੀ ਸੀ, ਕੇਸ ਕੀਤਾ ਆ। ਇਹ ਇੱਕ ਪ੍ਰੈਸੀਡੈਂਟ ਬਣਨ ਦੇ ਬਾਅਦ ਇਹ ਸਾਰੇ ਇੱਕ ਇੱਕ ਕਰਕੇ ਮੱਝਾਂ ਮੱਖਣ ਤੋਂ ਬਾਹਰ ਨਿਕਲਦਾ। ਬਾਕੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਪੰਜਾਬ ਵਿੱਚ ਹੋਰ ਵੀ ਕਈ ਦੁਕਾਨਾਂ ਖੁੱਲੀਆਂ ਆ, ਤੇ ਇਹ ਸ਼ਿਵ ਸੈਨਾ, ਭਾਰਤੀ ਜਨਤਾ ਪਾਰਟੀ ਕਿਹਨੂੰ ਨਹੀਂ ਪਤਾ ਕਿ ਹਿੰਦੂਆਂ, ਕੱਟੜ ਹਿੰਦੂਆਂ ਦੀ ਪਾਰਟੀ ਆ। ਮੁਸਲਿਮ ਲੀਗ ਜਨ 1947 ਵਿੱਚ ਪਾਕਿਸਤਾਨ ਬਣਾਇਆ, ਉਹ ਅੱਜ ਵੀ MP MLA ਔਰ ਇੱਥੋਂ ਤੱਕ ਵਜ਼ੀਰ ਭਾਰਤ ਵਿੱਚ। ਇਹ ਕੋਈ ਗੱਲ ਦਲੀਲ ਯੁਕਤ ਨਹੀਂ, ਇਹ ਸਾਡੇ ਨੋਟਿਸ ਵਿੱਚ ਆ। ਉਹ ਲੰਬੀ ਲੜਾਈ ਦਾ ਹਿੱਸਾ ਹੈ। ਅਕਾਲੀ ਦਲ ਦਾ ਜਿਹੜਾ ਇਹ ਫਰਾਡ ਪਕੜਿਆ, ਇਹਦੇ ਬਾਅਦ ਉਹਨਾਂ ਫਰਾਡਾਂ ਨੂੰ ਵੀ ਆਪਾਂ ਮੇਰਾ ਸਿਰਫ ਇੱਕ ਲਫ਼ਜ਼ ਦਾ ਛੋਟਾ ਜਿਹਾ ਸਵਾਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੋਢੀ ਆਗੂ ਸੀ ਮਾਸਟਰ ਤਾਰਾ ਸਿੰਘ ਜੀ, ਉਹਨਾਂ ਦੀ ਇੱਕ ਗੱਲ ਉਹਨਾਂ ਨੇ ਬਾਰ-ਬਾਰ ਕਹਿੰਦੇ ਸੀ, ਜੇ ਕਿਸੇ ਗੁਰਦੁਆਰੇ ਦਾ ਗ੍ਰੰਥੀ ਮਾੜਾ ਹੈ ਤੇ ਗ੍ਰੰਥੀ ਨੂੰ ਹਟਾਓ, ਨਾ ਕਿ ਤੁਸੀਂ ਗੁਰਦੁਆਰਾ ਢਾਹ ਦਿਓ। ਤੁਹਾਡੀ ਇਸ ਕਾਰਵਾਈ ਨਾਲ ਤੁਸੀਂ ਕੀ ਉਸ ਅਕਾਲੀ ਦਲ ਨੂੰ ਹੀ ਸਮਾਪਤ ਨਹੀਂ ਕਰ ਦਿਓਗੇ, ਅਕਾਲੀ ਦਲ ਨੂੰ ਹੀ ਨਹੀਂ ਢਾਹ ਦਿਓਗੇ? ਲੰਬਾ ਸਾਹਿਬ, ਅਸੀਂ ਤੇ ਗੁਰੂ ਨਾਨਕ ਗੁਰੂ ਦਮਸ਼ਮੇਸ਼ ਪਿਤਾ ਦੇ ਸਿਧਾਂਤਾਂ ਨੂੰ ਪ੍ਰਣਾਏ ਹੋਏ ਆ। ਜਿਸ ਤਰੀਕੇ ਨਾਲ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਇਹ ਵੀ ਇੱਥੇ ਅਸੀਂ ਲੜਾਈ ਲੜ ਰਹੇ ਹਾਂ ਇਹਨਾਂ ਤੋਂ, ਚੰਡਾਲਾਂ ਤੋਂ ਜਾਂ ਫਰਾਡੀ ਆਦਮੀਆਂ ਤੋਂ ਗੁਰੂ ਨਾਨਕ ਦੇ ਮਿਸ਼ਨ ਨੂੰ ਆਜ਼ਾਦ ਕਰਾਉਣ ਲਈ। ਜੀ, ਪਰ ਇਹ ਤੁਸੀਂ ਮੰਨੋਗੇ ਕਿ ਅਕਾਲੀ ਦਲ ਦੇ ਲੀਡਰਾਂ ਤੋਂ ਵੱਡਾ ਹੈ ਅੱਜ ਦੀ ਤਾਰੀਖ ਵਿੱਚ? ਤਾਂ ਇਦਾਂ ਹੀ ਲੱਗਦਾ ਜੀ। ਠੀਕ ਹੈ। ਸੋ ਸਿਧਾਂਤ ਤੇ ਚੱਲਦੇ ਤਾਂ ਇੱਥੇ ਅਸੀਂ ਇਹਨਾਂ ਦੇ ਨਾਲ ਸੀ। ਅਸੀਂ ਸਿੱਖ ਫੈਡਰੇਸ਼ਨ 'ਚ ਕੰਮ ਕਰਦੇ ਰਹੇ ਹਾਂ ਔਰ ਪੰਥ ਦੇ ਭਲੇ ਦੇ ਸਾਰੇ ਚਾਹਵਾਨ ਆ। ਦੁਨੀਆ ਭਰ ਵਿੱਚ ਸਾਰੀ ਸੰਗਤ ਪੰਥ ਦੀ ਚੜ੍ਹਦੀ ਕਲਾ ਲਈ ਚਾਹਵਾਨ ਹੈਗੀ ਆ। ਇਹ ਇਹਨਾਂ ਨੇ ਸਾਨੂੰ ਬਦਨਾਮ ਕਰ ਦਿੱਤਾ। ਸਾਡੇ ਸਿੱਖ ਪੰਥ ਦੇ ਰਸਤੇ ਦੇ ਵਿੱਚ ਕੰਡੇ ਬੀਜੇ ਹੈਗੇ ਆ, ਉਹ ਕੰਡੇ ਚੁਗਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਬਹੁਤ ਬਹੁਤ ਤੁਹਾਡਾ ਖੇੜਾ ਸਾਹਿਬ, ਬਹੁਤ ਬਹੁਤ ਧੰਨਵਾਦ ਹੈ। ਸੋ ਅਕਾਲੀ ਦਲ ਦੇ ਆਗੂਆਂ ਦੀ ਇਸ ਟੈਕਨੀਕਲ ਗਲਤੀ ਕਰਕੇ, ਜਾਣਬੁੱਝ ਕੇ ਜਾਂ ਅਣਜਾਣੇ 'ਚ ਕੀਤੀ, ਅਕਾਲੀ ਦਲ ਦੀ ਹੋਂਦ ਨੂੰ ਹੀ ਜਿਹੜਾ ਬੜਾ ਵੱਡਾ ਖਤਰਾ ਲਾਹਕ ਹੋ ਗਿਆ। ਸੋ ਇਹ ਅੱਗੋਂ ਕੀ ਹੋਏਗਾ ਕੁਝ ਕਹਿਣਾ ਮੁਸ਼ਕਲ ਹੈ, ਪਰ ਤੁਹਾਡੇ ਹਿਸਾਬ ਨਾਲ ਇਹਦਾ ਫੈਸਲਾ ਜਲਦੀ ਹੋ ਜਾਏਗਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇਸ ਮਸਲੇ ਨੂੰ ਆਮ ਲਫ਼ਜ਼ਾਂ ਦੇ ਵਿੱਚ ਦਰਸ਼ਕਾਂ ਤੱਕ ਪਹੁੰਚਾਉਣ ਲਈ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਹਿਬ ਬਲਵੰਤ ਸਿੰਘ ਖੇੜਾ, ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਔਰ ਤੁਹਾਨੂੰ ਸ਼ਾਇਦ ਉਮੀਦ ਹੈ ਕਿ ਇਹ ਸਾਰੀ ਗੱਲ ਦੀ ਗੰਭੀਰਤਾ ਨੂੰ ਤੁਸੀਂ ਮਹਿਸੂਸ ਕਰੋਗੇ। ਇੱਕ ਵਕਫੇ ਦੇ ਬਾਅਦ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਕਿ ਸਵਾਲ ਕੁਝ ਆਗੂਆਂ ਦੇ ਉੱਤੇ ਨਹੀਂ ਐਕਸ਼ਨ ਦਾ, ਸਵਾਲ ਅਕਾਲੀ ਦਲ ਦੀ ਹੋਂਦ ਦੇ ਉੱਤੇ ਹੀ ਹੈ। ਸੋ ਵਕਫੇ ਦੇ ਬਾਅਦ ਹਾਜ਼ਰ ਹੁੰਦੇ ਹਾਂ, ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਹੋਏਗਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਸੀਂ ਬਹੁਤ ਹੀ ਗੰਭੀਰ ਮਸਲੇ ਦੇ ਉੱਤੇ ਗੱਲਬਾਤ ਸੁਣੀ। ਸਰ ਬਲਵੰਤ ਸਿੰਘ ਖੇੜਾ, ਜਿਨ੍ਹਾਂ ਨੇ ਮੁਕੱਦਮਾ ਦਰਜ ਕੀਤਾ ਔਰ ਜਿਸ ਦੇ ਹੋਣ ਵਾਲੇ ਨਤੀਜੇ ਦੇ ਬਾਰੇ ਵੀ ਕੁਝ ਤੁਹਾਨੂੰ ਅੰਦਾਜ਼ਾ ਲੱਗਿਆ। ਤੁਸੀਂ ਜ਼ਰੂਰ ਆਪਣੇ ਵਿਚਾਰ ਦਿਓ
ਸਟੂਡੀਓ ਦੇ ਦਿੱਤੇ ਨੰਬਰਾਂ ਤੇ 516 825 0006 ਦੇ ਉੱਤੇ। ਹੈਲੋ ਹੈਲੋ ਲਾਂਬਾ ਸਾਹਿਬ, ਮੈਂ ਬਲਜਿੰਦਰ ਸਿੰਘ ਸਰਕਿਲ ਨਿਊਯਾਰਕ ਤੋਂ ਬੋਲ ਰਿਹਾ। ਜੀ, ਵਾਹਿਗੁਰੂ ਜੀ ਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਲਾਂਬਾ ਸਾਹਿਬ, ਮੇਰਾ ਵਿਚਾਰ ਇਸ ਤਰ੍ਹਾਂ ਸੀ ਕਿ ਜਿਵੇਂ ਅਕਾਲੀ ਦਲ ਜਿਹੜਾ 1920 ਦੇ ਵਿੱਚ ਜਦੋਂ ਹੋਂਦ ਵਿੱਚ ਆਇਆ, ਜੀ। ਉਦੋਂ ਤੇ ਪੰਜਾਬ ਦੀ ਵੰਡ ਨਹੀਂ ਸੀ ਹੋਈ ਤੇ ਉਸ ਵਕਤ ਸਿੱਖਾਂ ਦੀ ਜਿਹੜੀ ਗਿਣਤੀ ਸੀ ਪੰਜਾਬ ਟੋਟਲ ਵਿੱਚ 17% ਸੀ ਜੀ। ਤੇ ਮੇਰਾ ਖਿਆਲ ਇਹ ਆ ਕਿ ਉਸ ਵਕਤ ਜਿਹੜਾ ਅਕਾਲੀ ਦਲ ਸੀ ਉਹ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਮਕਸਦ ਨਾਲ ਨਹੀਂ ਸੀ ਬਣਾਇਆ ਗਿਆ, ਸਗੋਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਬਣਾਇਆ ਗਿਆ ਸੀ ਕਿ ਸਿੱਖਾਂ ਦੇ ਜਿਹੜੇ ਹਕੂਕ ਨੇ, ਜਿਹੜੀਆਂ ਉਹਨਾਂ ਦੇ ਰਾਈਟਸ ਨੇ, ਉਹਨਾਂ ਨੂੰ ਸੇਫਗਾਰਡ ਕੀਤਾ ਜਾਵੇ, ਜਿਹਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੋਂਦ ਵਿੱਚ ਆਈ। ਜੀ 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 ਜੀ। ਤੇ ਮੈਂ ਸਮਝਦਾ ਵਾਂ ਕਿ ਜੇਕਰ ਇਹਨਾਂ ਦੀ ਰਜਿਸਟ੍ਰੇਸ਼ਨ ਹੁਣ ਇੱਕ ਸਤਾ ਦੇ ਤੌਰ ਦੇ ਉੱਤੇ ਪਾਰਟੀ ਦੇ ਤੌਰ ਤੇ ਜੇ ਕੈਂਸਲ ਹੋ ਵੀ ਜਾਂਦੀ ਆ ਤੇ ਜੇ ਆਪਣੇ ਆਪ ਨੂੰ ਜੇਕਰ ਸ਼੍ਰੋਮਣੀ ਕਮੇਟੀ ਤੱਕ ਇਹ ਹਦੂਦ ਕਰ ਲੈਂਦੇ ਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੀਆਂ ਸਾਰੀਆਂ ਬੁਰਾਈਆਂ ਦਾ ਤਰੀਕਾ ਸ਼ਾਇਦ ਇੱਕ ਇਹ ਵੀ ਹੋ ਸਕਦਾ ਵਾ ਤੇ ਆਪਾਂ ਐਜ਼ ਏ ਪੰਥਕ ਗਰੁੱਪ ਜਿਹੜਾ ਵਾ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਹੀ ਵਿਚਰੀਏ, ਨਾ ਕਿ ਇੱਕ ਸੈਕੂਲਰ ਬਣਾਉਣ ਦੀ ਕੋਸ਼ਿਸ਼ ਕਰੀਏ। ਜੇ ਹੁਣ ਸੰਵਿਧਾਨ ਦੇ ਦੌਰਾਨ ਅਸੀਂ ਇਲੈਕਸ਼ਨ ਲੜਨੀਆਂ ਤੇ ਸਾਨੂੰ ਇਹ ਕਹਿਣਾ ਹੀ ਪੈਣਾ ਵਾ ਕਿ ਅਸੀਂ ਧਾਰਮਿਕ ਜਥੇਬੰਦੀ ਨਹੀਂ ਗੀ, ਜੇ ਨਹੀਂ ਗੀ ਤੇ ਫਿਰ ਆਪਾਂ ਆਪਣੇ ਮਕਸਦ ਪੰਥਕ ਨਹੀਂ ਰੱਖ ਸਕਦੇ। ਇਸ ਕਰਕੇ ਜੇਕਰ ਇਸ ਗੱਲ ਨੂੰ ਆਪਾਂ ਪੰਥਕ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਇਸ ਤਰ੍ਹਾਂ ਨਹੀਂ ਖਤਮ ਹੋਊਗੀ ਕਿ ਉਹ ਕਹਿਣਾ ਸੀ ਪੰਥਕ ਜਥੇਬੰਦੀ ਨਾ ਰਵੇ, ਉਹ ਇਹ ਇਸ ਤਰ੍ਹਾਂ ਖਤਮ ਹੋਊਗੀ ਕਿ ਇਲੈਕਸ਼ਨ ਨਹੀਂ ਲੜ ਸਕੂਗੀ। ਮੇਰਾ ਵਿਚਾਰ ਹੈ ਕਿ ਆਪਾਂ ਨੂੰ ਸਿੱਖਾਂ ਨੂੰ ਪੰਥਕ ਪਾਰਟੀ ਜਿਹੜੀ ਹੈ ਨਾ ਉਹਨੂੰ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਦੇ ਉੱਤੇ ਹੀ ਰੱਖਣਾ ਚਾਹੀਦਾ ਵਾ। ਜੇ ਸੱਤਾ ਚਾਹੀਏ ਤੇ ਫਿਰ ਤੇ ਇਸ ਤਰ੍ਹਾਂ ਦੇ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੇ ਵਿੱਚ ਆਉਣਾ ਹੀ ਆਉਣਾ ਵਾ। ਕੱਲ ਨੂੰ ਜੇਕਰ ਮਹਾਰਾਜ ਕਰੇ ਖਾਲਿਸਤਾਨ ਬਣ ਜੇ ਗੱਲ ਵੱਖਰੀ ਆ, ਪਰ ਜਦੋਂ ਤੱਕ ਇੰਡੀਆ ਦੇ ਵਿੱਚ ਆ ਉਦੋਂ ਤੱਕ ਫਿਰ ਸਾਨੂੰ ਇਸ ਤਰ੍ਹਾਂ ਦੇ ਗਰੁੱਪ ਦੇ ਨਾਲ ਹੀ ਰਹਿਣਾ ਪੈਣਾ ਜਿਵੇਂ ਆਜ਼ਾਦੀ ਤੋਂ ਪਹਿਲਾਂ ਆਇਆ ਸੀ। ਜਿਹੜਾ ਮਕਸਦ ਸੀਗਾ ਨਾ ਉਹਨੂੰ ਹੀ ਕੰਟੀਨਿਊ ਰੱਖੀਏ। ਜੀ, ਤੁਸੀਂ ਬਿਲਕੁਲ ਮਸਲੇ ਨੂੰ ਸਮਝ ਗਏ ਹੋ। ਗੱਲ ਇਹ ਹੈਗਾ ਕਿ ਸੰਵਿਧਾਨ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ, ਕੋਈ ਵੀ ਰਾਜਨੀਤਿਕ ਦਲ ਅਗਰ ਉਸਨੇ ਹਿੰਦੁਸਤਾਨ ਦੇ ਵਿੱਚ ਵਿਚਰਨਾ ਹੈ ਤੇ ਉਸ ਨੂੰ ਆਪਣੇ ਆਪ ਨੂੰ ਸੋ ਕਾਲਡ ਸੈਕੂਲਰ ਅਖਵਾਉਣਾ ਪੈਣਾ ਹੈ। ਤੇ ਜਿਹੜੀ ਅਗਰ ਇਹ ਲਫ਼ਜ਼ ਅਖਵਾਉਣਾ ਪੈਣਾ ਹੈ, ਇਹਦਾ ਮਤਲਬ ਇਹ ਹੋ ਗਿਆ ਕਿਸੇ ਨਾ ਕਿਸੇ, ਜਿਹਨੂੰ ਤੁਸੀਂ ਪ੍ਰੈਸ਼ਰ ਗਰੁੱਪ ਕਹਿ ਰਹੇ ਹੋ, ਕੋਈ ਨਾ ਕੋਈ ਐਸਾ ਗਰੁੱਪ ਜਿਵੇਂ ਇਹਨਾਂ ਨੇ ਹੱਲ ਕੱਢ ਲਿਆ, RSS ਰੱਖ ਲਿਆ ਜਿਹੜਾ ਚੋਣਾਂ ਨਹੀਂ ਲੜਦਾ, ਜਾਂ ਹੋਰ ਵੀ ਦੂਜਿਆਂ ਦੇ ਵੀ ਹੈਗੇ ਕਈ ਐਸੇ ਦੇਵਬੰਦ, ਐਸੀ ਸੰਸਥਾ ਹੈ ਜਿਹੜੇ ਸਿਧਾਂਤਕ ਤੌਰ ਦੇ ਉੱਤੇ ਅਗਵਾਈ ਦਿੰਦੇ ਹੈ। ਸਿੱਖਾਂ ਦੀ ਐਸੀ ਕੋਈ ਨਾ ਕੋਈ ਜਥੇਬੰਦੀ ਚਾਹੀਦੀ ਹੈ, ਪਰ ਕੌਣ ਬਣਾਏਗਾ, ਕਿੱਦਾਂ ਬਣੇਗੀ, ਕੀ ਇਹੀ ਤਾਂ ਨਹੀਂ ਹੋਏਗਾ ਫਿਰ ਉਹੀ ਬੰਦੇ ਆ ਜਾਣਗੇ। ਇਹ ਬੜਾ, ਇਸ ਕਰਕੇ ਇੱਕ ਐਸੀ ਸਟੇਜ ਦੇ ਵਿੱਚ ਅਸੀਂ ਪਹੁੰਚ ਜਾਵਾਂਗੇ ਜਿਹਦੇ ਵਿੱਚੋਂ ਸ਼ਾਇਦ ਛੇਤੀ ਨਿਕਲਣਾ ਨਹੀਂ ਬਲਕਿ ਉਹਦੇ 'ਚੋਂ ਹੋਰ ਉਲਝ ਜਾਵਾਂਗੇ। ਤੁਹਾਡੇ ਵਿਚਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਫਿਰ ਵੀ ਜਿਹੜੇ ਤੁਸੀਂ ਵਿਚਾਰ ਦਿੱਤੇ ਹੈ, ਔਰ ਉਮੀਦ ਹੈ ਇਹਦੇ ਤੋਂ। ਜੀ ਹਾਂਜੀ, ਮੇਰਾ ਮਕਸਦ ਸੀ ਕਿ ਜਿਵੇਂ ਆਪ ਪਾਰਟੀ ਨੇ ਹੁਣ ਥੋੜਾ ਬਹੁਤਾ ਪੰਥਕ ਮੁੱਦੇ ਲਿਆਂਦੇ ਆ, ਉਹਦੇ ਵਿੱਚ ਇੱਕ ਕਿਸਮ ਦਾ ਸਿੱਖ ਵੋਟਾਂ ਦਾ ਪ੍ਰੈਸ਼ਰ ਹੀ ਆ ਜਿਸ ਕਰਕੇ ਉਹਨਾਂ ਨੇ ਮਤਲਬ ਇਹਨਾਂ ਮੁੱਦਿਆਂ ਨੂੰ ਅੱਗੇ ਲਿਆਂਦਾ। ਜੇ ਆਪਾਂ ਇਸ ਤਰ੍ਹਾਂ ਦੀਆਂ ਕੋਈ ਵੀ ਪਾਰਟੀ ਅੱਗੇ ਆਵੇ, ਜ਼ਰੂਰੀ ਨਹੀਂ ਆਪ ਕੋਈ ਹੋਰ ਵੀ ਆ ਜੇ, ਪਰ ਉਹ ਸਿੱਖ ਮੁੱਦਿਆਂ ਨੂੰ ਸਾਡੇ ਵੋਟਾਂ ਦੇ ਪ੍ਰੈਸ਼ਰ ਕਰਕੇ ਅਪਣਾ ਲਵੇ ਤੇ ਨਥਿੰਗ ਰੋਂਗ ਇਨ ਇਟ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਵਾਜੀ ਫਤਿਹ। ਹੈਲੋ ਜੀ, ਲਾਈਨ ਕੱਟੀ ਗਈ ਹੈ। ਸੋ ਇਹ ਜਿਹੜਾ ਮਸਲਾ ਹੈਗਾ, ਇਹ ਦੇਖਣ ਨੂੰ ਤਾਂ ਬੜਾ ਛੋਟਾ ਜਿਹਾ ਲੱਗਦਾ ਹੈਗਾ, ਕਿਉਂਕਿ ਜਿਹੜੀ ਸ਼੍ਰੋਮਣੀ, ਜਿਵੇਂ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਜਦੋਂ 1920 ਦੇ ਵਿੱਚ ਜਦੋਂ ਬਣਿਆ ਸੀ, ਉਹਦਾ ਮਕਸਦ ਕੇਵਲ ਇੱਕ ਸੀ, ਗੁਰਦੁਆਰਾ ਸੁਧਾਰ ਲਹਿਰ, ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ, ਔਰ ਉਹਦੇ ਲਈ ਕੁਰਬਾਨੀਆਂ ਦੇਣੀਆਂ ਜਿਹੜੀਆਂ ਦਿੱਤੀਆਂ ਵੀ। ਉਸ ਵੇਲੇ ਅਕਾਲੀ ਬਣਨ ਦਾ ਮਤਲਬ ਹੁੰਦਾ ਸੀ ਜਿਸ ਨੇ ਨੀਲੀ ਪੱਗ ਬੰਨ੍ਹ ਲਈ ਉਸ ਨੂੰ ਕੁੱਟ ਪੈਣੀ ਹੈ, ਉਹ ਪ੍ਰੋਟੈਸਟ ਦੇ ਤੌਰ 'ਤੇ ਹੁੰਦਾ ਸੀ, ਉਹਦੀ ਕੁੜਕੀ ਜ਼ਬਤੀ ਹੋਣੀ ਹੈ। ਹੁਣ ਬਿਲਕੁਲ ਉਸ ਦਾ ਅਰਥ ਹੀ ਬਦਲ ਗਿਆ ਹੈ, ਮਕਸਦ ਬਦਲ ਗਿਆ। ਹੈਲੋ ਹਾਂਜੀ, ਲਾਈਨ ਜਿਹੜੀ ਹੈ ਉਹ ਕੱਟੀ ਜਾ ਰਹੀ ਹੈ ਬਾਰ-ਬਾਰ ਜੀ। ਕੋਈ ਸ਼ਾਇਦ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਆ ਰਹੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਉਸ ਵੇਲੇ ਇਹਦਾ ਮਕਸਦ ਸੀ, ਉਸ ਵੇਲੇ ਨਿਸ਼ਾਨਾ ਬਹੁਤ ਸਪਸ਼ਟ ਸੀ, ਔਰ ਉਸ ਨੂੰ ਇਹਨਾਂ ਨੇ, ਅਕਾਲੀਆਂ ਨੇ ਪੂਰੀ ਤਰ੍ਹਾਂ ਨਿਭਾਇਆ ਵੀ। ਤਾਂ ਹੀ ਕਰਕੇ ਉਸ ਵੇਲੇ ਮੇਲਾ ਰਾਮ ਵਫਾ ਉਹ ਪੜ੍ਹਦੇ ਹੁੰਦੇ ਸੀ, तेरी कुर्बानियों की धूम है आज इस ज़माने में, बहादुर है अगर कोई तो वो तू अकाली है,
तेरा जिसने मुकद्दम पैकर ईसार बेपाया, तेरा कलब है मुनव्वर, फ़ख्र ने जज्बात आली है। ਇਹ ਕੁਰਬਾਨੀਆਂ ਦਾ ਨਾਂ ਹੀ ਅਕਾਲੀ ਹੁੰਦਾ ਸੀ। ਅਖੀਰ ਦੇ ਵਿੱਚ ਇਸ ਪ੍ਰੋਗਰਾਮ ਦੇ ਸਮਾਂ ਬਦਲਦਾ ਹੈ, ਹਰ ਇੱਕ ਦੇ ਵਿੱਚ ਤਬਦੀਲੀ ਆਉਂਦੀ ਹੈ। ਸਮਾਂ ਖੁਦ ਹੀ ਬਹੁਤ ਵੱਡਾ ਇੱਕ ਐਸਾ ਕਾਰਗਰ ਔਜ਼ਾਰ ਹੈ ਜਿਹੜਾ ਕਈਆਂ ਨੂੰ ਤਬਦੀਲੀ ਲੈ ਆਉਂਦਾ ਹੈ। ਜਿਹੜੀ ਗੱਲ ਸ਼ੁਰੂ ਵਿੱਚ ਕਹੀ ਜਾਂਦੀ ਸੀ, ਵਾਹਨ ਸ਼ਿੰਗਾਰੇ ਰਹੇ, ਬਾਜ ਤੇ ਨਗਾਰੇ ਰਹੇ, ਦੁਜਨ ਡਰਾਰੇ ਰਹੇ, ਭਾਰੇ ਭੀਮ ਰਾਹ ਕੇ ਸੰਗਤੇ ਆਬਾਦ ਰਹੇ, ਆਪ ਤੇ ਪ੍ਰਸ਼ਾਦ ਰਹੇ, लाखों ऐलाद रहें, देखिए उमा के गादियाँ टल रहें, चौकियाँ चल रहें, बुंगे चला चल रहें, पूरे उत्साह के लागते दीवान रहें, गावते सुजान रहें, झूलते निशान रहें पंथ महाराज के। पर शायद इस तो बहुत ही दो चार हो के सरदार कपूर सिंह ने 70ਵੇਂ ਦੇ ਵਿੱਚ ਜੋ ਲਿਖਿਆ ਸੀ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਅਖੀਰਲੀ ਕਾਲ ਲੈ ਕੇ। ਹੈਲੋ। हाँ जी, वाहिगुरू खालसा वाहिगुरू फतेह। वाहिगुरू जी की फतेह जी। हाँ जी, सेवा करनी, एक लाइन बोलनी सिर्फ। हाँ जी, हाँ जी। सब प्यारा सिंह जी। हाँ जी, प्यार सिंह जी बोलदा जी 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 हुक्म करो। साडे जीवन च डबल स्टैंडर्ड जिहड़ा आ गया, इहनू छड्ड के डबल स्टैंडर्ड, डबल माइंडेड, इहनू छड्ड के दोहरा मापदंड छड्ड के कोई राह नवां कढिया जावे पंथ दी भलाई दे वास्ते। बस इस च राजनीति, इस च पंथ दी सेवा। वाहिगुरू खालसा वाहिगुरू जी की फतेह। सो प्यारे दर्शकों, बहुत बहुत ਧੰਨਵਾਦ ਹੈ। ਸਮਾਂ ਪੂਰਾ ਹੋ ਚੁੱਕਾ ਹੈ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਸੰਵਿਧਾਨ, ਅਕਾਲੀ ਦਲ ਦੀ ਹੋਂਦ ਕਿਸ ਰੂਪ ਵਿੱਚ ਰਹੇਗੀ, ਕਿਧਰੇ ਅਕਾਲੀ ਦਲ ਦੀ ਹੋਂਦ ਨੂੰ ਤਾਂ ਨਹੀਂ ਖਤਰਾ, ਔਰ ਜੇ ਹੋਏਗਾ ਤਾਂ ਇਸ ਦੇ ਕਿਹੜੇ ਨਤੀਜੇ ਨਿਕਲਣਗੇ, ਇਹ ਸਾਰਾ ਪ੍ਰੋਗਰਾਮ ਦਾ ਹੈ। ਤੁਸੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਭੇਜੋ lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। बहुत बहुत धन्यवाद। वाहिगुरू जी का खालसा, वाहिगुरू जी की फतेह।